ਬੇਨਤੀ ਕਰ ਰਿਹਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਤੋ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਔਰ ਹੁਣੇ ਵੀਰ ਜੀ ਨੇ ਦੱਸਿਆ, ਅੱਜ ਸੋਮਵਾਰ ਸਵਾਲ ਜਵਾਬ ਦਾ ਸੈਸ਼ਨ, ਆਪ ਵੱਲੋਂ ਭੇਜੇ ਸਵਾਲ ਔਰ ਪੈਨਲ ਮੈਂਬਰਸ ਨੇ ਜਿਤਨੀ ਤਿਆਰੀ ਹੋ ਸਕੀ ਹੈ ਕਰਕੇ ਪੈਨਲ ਆਪ ਦੀ ਸੇਵਾ ਵਿੱਚ ਹਾਜ਼ਰ ਹੈ ਜੀ। ਤੋਂ ਸਭ ਤੋਂ ਪਹਿਲਾਂ ਪੈਨਲ ਮੈਂਬਰਸ ਆਪ ਨੂੰ ਫਤਿਹ ਨਾਲ ਸਾਂਝ ਪਾਉਣਗੇ, ਫਿਰ ਅਸੀਂ ਸਵਾਲ ਲਵਾਂਗੇ ਜੀ। ਹਾਂਜੀ, ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸਾਹਿਬ ਕਿੱਕਰ ਸਿੰਘ ਜੀ। ਅਨਮਿਊਟ ਕਰ ਲਓ ਜੀ। ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜਗੀਰ ਸਿੰਘ ਜੀ। ਭੈਣ ਮਨਿੰਦਰ ਕੌਰ ਜੀ ਅੱਜ ਨਹੀਂ ਆਉਣਗੇ। ਤੋ ਆਓ ਸਤਸੰਗੀਓ, ਆਪਾਂ ਆਪ ਵੱਲੋਂ ਭੇਜੇ ਸਵਾਲਾਂ ਦੀ ਗੱਲਬਾਤ ਕਰਦੇ ਹਾਂ ਜੀ। ਤੋ ਸਵਾਲ ਜਿਹੜੇ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ, ਗੁਰਬਾਣੀ ਨਾਲ, ਇਤਿਹਾਸ ਨਾਲ, ਔਰ ਜਿਹੜੀਆਂ ਆਮ ਸਾਡੇ ਕੋਈ ਪ੍ਰਚਲਿਤ ਮਰਿਆਦਾਵਾਂ ਨੇ ਉਹਨਾਂ ਨਾਲ ਸੰਬੰਧਿਤ ਸਵਾਲ ਸਾਡੇ ਪਾਸ ਹਨ। ਇੱਕ ਇੱਕ ਸਵਾਲ ਕਰਕੇ ਲੈਂਦੇ ਹਾਂ ਜੀ। ਤਾਂ ਆਓ ਸਭ ਤੋਂ ਪਹਿਲਾਂ ਆਪਾਂ ਸਵਾਲ ਸ਼ੁਰੂ ਕਰਦੇ ਹਾਂ ਗੁਰਬਾਣੀ। ਤੋ ਸਵਾਲ ਸਾਡੇ ਪਾਸ ਆਇਆ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸੋਰਠ ਰਾਗ ਵਿੱਚ ਸ਼ਬਦ ਹੈ, ਜਿਹਦੀਆਂ ਪ੍ਰਾਰੰਭਕ ਤੁਕਾਂ ਨੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਏ। ਤਾਂ ਸਵਾਲ ਆਇਆ ਜੀ ਵੀ ਇਹਦੇ ਜੇ ਇਹ ਜਿਹੜੀਆਂ ਤੁਕਾਂ ਨੇ ਇਹਨਾਂ ਤੋਂ ਕੀ ਭਾਵ ਹੈ ਅਚਾਰ ਚਰੈ ਤਾਂ ਸਿੱਧ ਹੋਈ ਤੋਂ। ਤੋ ਬੇਨਤੀ ਕਰ ਰਹੇ ਹਾਂ MP ਸਿੰਘ ਜੀ, ਪਲੀਜ਼ ਕਿਰਪਾ ਕਰੋ ਔਰ ਇਹਨਾਂ ਬਾਰੇ ਸਪਸ਼ਟ ਕਰੋ ਜੀ। ਅਚਾਰ ਚਰੈ ਤਾਂ ਸਿੱਧ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 607 ਦੇ ਉੱਪਰ ਸ਼ੋਭਿਤ ਹੈ, ਉਸਦੇ ਜੋ ਮੂਲ ਪਾਠ ਹੈ ਉਹ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਹੋ ਰਿਹਾ ਹੈ। ਉਹ ਇਹ 5 ਪਦਿਆਂ ਦਾ ਸ਼ਬਦ ਹੈ। ਇਸ ਦਾ ਸਿਰਲੇਖ ਵੀ ਹੈ ਸੂਰਠ ਮਹਲਾ ਚੌਥਾ 5 ਪਦਾ। ਤੋ ਜਿਨ੍ਹਾਂ ਪੰਕਤੀਆਂ ਦੇ ਬਾਰੇ ਸਵਾਲ ਆਇਆ ਹੈ ਉਹ ਸ਼ਬਦ ਦਾ ਪਹਿਲਾ ਹੀ ਪਦਾ ਹੈ, ਪਰ ਕਿਸੇ ਵੀ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਇਹ ਜ਼ਰੂਰੀ ਹੈ ਕਿ ਪਹਿਲਾਂ ਉਸਦੇ ਰਹਾਉ ਦੇ ਬੰਦ ਦੀ ਵਿਚਾਰ ਨੂੰ ਸਮਝ ਲਿਆ ਜਾਵੇ ਤੇ ਫਿਰ ਉਸਦੇ ਬਾਕੀ ਪੰਕਤੀਆਂ ਦੀ ਵਿਚਾਰ ਨੂੰ ਉਸਦੇ ਕੰਟੈਕਸਟ ਦੇ ਵਿੱਚ ਹੀ ਸਮਝਣ ਦਾ ਯਤਨ ਕੀਤਾ ਜਾਵੇ। ਤਾਂ ਆਪਾਂ ਪਹਿਲਾਂ ਇਸ ਸ਼ਬਦ ਦੇ ਜੋ ਰਹਾਉ ਦਾ ਬੰਦ ਹੈ ਉਸਦੇ ਅਰਥ ਸਮਝ ਲਈਏ। ਇਹਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਪ੍ਰਭੂ ਅੱਗੇ ਬੇਨਤੀ ਕਰ ਰਹੇ ਹਨ, ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਗੁਰਮਤ ਰਾਮ ਨਾਮ ਪ੍ਰਗਾਸੋ, ਸਦਾ ਰਹੋ ਸਰਨਾਈ। ਮੇਰੇ ਗੋਬਿੰਦ, हे ਮੇਰੇ ਗੋਬਿੰਦ, हे ਮੇਰੇ ਪ੍ਰਭੂ, ਮੇਰੇ ਪਿਆਰੇ ਪ੍ਰਭੂ, ਆਪਣੇ ਜਨ ਆਪਣੇ ਦਾਸ ਨੂੰ ਇਹ ਵਡਿਆਈ ਦੇਹੋ ਜੀ। ਕੀ ਵਡਿਆਈ ਦਿਓ, ਕੀ ਬਖਸ਼ਿਸ਼ ਕਰੋ ਜੀ? ਗੁਰਮਤ ਰਾਮ ਨਾਮ ਪ੍ਰਗਾਸੋ, ਗੁਰੂ ਦੀ ਮਤ ਦੇ ਦੁਆਰਾ ਸਰਵ ਵਿਆਪਕ ਪ੍ਰਭੂ ਦਾ ਜੋ ਨਾਮ ਹੈ ਉਸ ਦਾ ਪ੍ਰਗਾਸ ਮੇਰੇ ਹਿਰਦੇ ਦੇ ਵਿੱਚ ਕਰ ਦਿਓ ਤੇ ਜਿਸ ਦੀ ਬਖਸ਼ਿਸ਼ ਸਦਕਾ ਮੈਂ ਹਮੇਸ਼ਾ ਹੀ ਆਪ ਦੀ ਸ਼ਰਨ ਵਿੱਚ ਰਵਾਂ। ਮੈਨੂੰ ਆਪ ਜੀ ਹਮੇਸ਼ਾ ਹੀ ਆਪਣੀ ਸ਼ਰਨ ਦੇ ਵਿੱਚ ਹੀ ਰੱਖੋ। ਤੋ ਅਖਰੀ ਅਰਥ ਤਾਂ ਕਾਫੀ ਸਿੱਧੇ ਹਨ, ਸਪਸ਼ਟ ਹਨ। ਥੋੜਾ ਭਾਵ ਅਰਥ ਦਾ ਵੀ ਧਿਆਨ ਵਿੱਚ ਰੱਖ ਲਈਏ
ਕਿ ਪ੍ਰਭੂ ਦੀ ਸ਼ਰਨ ਵਿੱਚ ਰਹਿਣ ਤੋਂ ਭਾਵ ਕੀ ਹੈ। ਪ੍ਰਭੂ ਦੇ ਸ਼ਰਨ ਵਿੱਚ ਰਹਿਣ ਤੋਂ ਭਾਵ ਹੈ ਪ੍ਰਭੂ ਦੇ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ, ਉਹਦੇ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ, ਉਹਦੇ ਰਜ਼ਾ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਲੈਣਾ। ਤੋ ਗੁਰੂ ਪਾਤਸ਼ਾਹ ਨੇ ਪ੍ਰਭੂ ਦੇ ਅੱਗੇ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਮੈਨੂੰ ਇਹ ਬਖਸ਼ਿਸ਼ ਦਿਓ ਕਿ ਮੇਰੇ ਹਿਰਦੇ ਵਿੱਚ ਆਪ ਜੀ ਦਾ ਨਾਮ ਟਿਕਿਆ ਰਵੇ ਅਤੇ ਮੈਂ ਹਮੇਸ਼ਾ ਹੀ ਆਪ ਦੀ ਸ਼ਰਨ ਵਿੱਚ ਰਵਾਂ, ਆਪ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਾਂ, ਆਪ ਦੀ ਰਜ਼ਾ ਦੇ ਵਿੱਚ ਰਾਜ਼ੀ ਰਵਾਂ। ਸੋ ਜਿਹੜਾ ਇਨਸਾਨ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਜਾਂਦਾ ਹੈ, ਇਹ ਕੁਦਰਤੀ ਗੱਲ ਹੈ ਕਿ ਉਹਦੇ ਅੰਦਰੋਂ ਫਿਰ ਹਉਮੈ ਜਿਹੜੀ ਹੈ ਉਹ ਮਿਟ ਜਾਂਦੀ ਹੈ। ਦੋਵੇਂ ਗੱਲਾਂ ਇਹ ਇਕੱਠੀਆਂ ਨਹੀਂ ਹੋ ਸਕਦੀਆਂ ਕਿ ਕੋਈ ਬੰਦਾ ਆਪਣੀ ਹਉਮੈ ਨੂੰ ਵੀ ਬਰਕਰਾਰ ਰੱਖੇ ਤੇ ਪ੍ਰਭੂ ਦੀ ਸ਼ਰਨ ਵਿੱਚ ਵੀ ਰਵੇ ਤੇ ਉਹਦੇ ਨਾਮ ਦੇ ਨਾਲ ਵੀ ਜੁੜਿਆ ਰਵੇ। ਗੁਰਬਾਣੀ 'ਚ ਬੜਾ ਸਪਸ਼ਟ ਫਰਮਾਨ ਹੈ ਕਿ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸਾਂ ਇੱਕ ਠਾਏ। ਸੋ ਕਿਸੇ ਦੀ ਸ਼ਰਨ ਵਿੱਚ ਹਉਮੈ ਵਾਲਾ ਬੰਦਾ, ਹੰਕਾਰ ਕਰਨ ਵਾਲਾ ਬੰਦਾ ਕਿਸੇ ਦੀ ਸ਼ਰਨ ਵਿੱਚ ਜਾ ਹੀ ਨਹੀਂ ਸਕਦਾ। ਉਹ ਤਾਂ ਇਹੀ ਸਮਝਦਾ ਕਿ ਮੈਂ ਸਭ ਤੋਂ ਸਿਆਣਾ, ਮੈਂ ਸਭ ਤੋਂ ਵੱਡਾ। ਉਹ ਕਿਸੇ ਦੀ ਸ਼ਰਨ ਨੂੰ ਕਦੀ ਗ੍ਰਹਿਣ ਕਰਨ ਦੀ ਗੱਲ ਵੀ ਨਹੀਂ ਸੋਚਦਾ। ਤੋ ਇੱਥੇ ਸ਼ਰਨਾਈ ਰਹਿਣ ਦੀ ਬੇਨਤੀ ਕਰਦਿਆਂ ਹੋਇਆਂ ਇਹ ਭਾਵ ਨਾਲ ਹੀ ਆਪਣੇ ਆਪ ਹੀ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਹਉਮੈ ਨੂੰ ਅੰਦਰੋਂ ਮਿਟਾਉਣ ਦਾ ਜੋ ਹੈ ਉਹ ਪਹਿਲੇ ਤੋਂ ਹੀ ਅਜ਼ਿਊਮ ਕਰ ਰਹੇ ਹਨ ਕਿ ਮਨ ਦੇ ਅੰਦਰੋਂ ਇਹ ਹਉਮੈ ਜਿਹੜੀ ਹੈ ਇਸ ਨੂੰ ਕੱਟਣਾ ਹੈ। ਗੁਰਬਾਣੀ 'ਚ ਹਉਮੈ ਦੇ ਬਾਰੇ 'ਚ ਅਨੇਕਾਂ ਵਾਰੀ ਪ੍ਰਮਾਣ ਆਉਂਦੇ ਹਨ ਕਿ ਜਿੱਥੇ ਇਹ ਗੱਲ ਬੜੀ ਸਪਸ਼ਟ ਕਰ ਦਿੱਤੀ ਜਾਂਦੀ ਹੈ ਕਿ ਜੇ ਪ੍ਰਭੂ ਦੇ ਨਾਮ ਦੇ ਨਾਲ ਜੁੜਨਾ ਹੈ ਤਾਂ ਹਉਮੈ ਦਾ ਤਿਆਗ ਕਰਨਾ ਹੀ ਪਏਗਾ। ਆਸਾ ਕੀ ਵਾਰ ਦੇ ਅੰਦਰ ਵੀ ਹਉਮੈ ਨੂੰ ਦੀਰਘ ਰੋਗ ਕਰਕੇ ਆਖਿਆ ਗਿਆ ਹੈ ਔਰ ਨਾਲ ਇਹ ਵੀ ਗੱਲ ਸਮਝਾਈ ਗਈ ਹੈ ਵੀ ਹਉਮੈ ਭਾਵੇਂ ਦੀਰਘ ਰੋਗ ਹੈ ਪਰ ਇਸ ਦਾ ਦਵਾਈ ਇਸ ਦੀ ਦਾਰੂ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਿਹਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ ਹੈ ਫਿਰ ਉਹ ਗੁਰੂ ਦੀ ਮੱਤ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਤੇ ਉਹ ਆਪਣੇ ਜੀਵਨ ਦੇ ਅੰਦਰ ਉਸ ਉਪਦੇਸ਼ ਦੀ ਕਮਾਈ ਕਰ ਲੈਂਦਾ ਹੈ। ਤੋ ਪ੍ਰਭੂ ਦੀ ਬਖਸ਼ਿਸ਼, ਹਉਮੈ ਦਾ ਨਾਸ, ਇਹਨਾਂ ਹੀ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਇਹ ਰਾਹੋਂ ਦੀਆਂ ਪੰਕਤੀਆਂ ਹਨ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਗੁਰਮਤ ਦੇ ਤੱਤੇ ਨੂੰ ਸਿਹਾਰੀ ਹੈ। ਗੁਰੂ ਦੀ ਮੱਤ ਦੇ ਦੁਆਰਾ ਰਾਮ ਨਾਮ ਪ੍ਰਗਾਸੋ, ਰਾਮ ਦੇ ਨਾਮ ਸਰਵ ਵਿਆਪਕ ਪ੍ਰਭੂ ਦਾ ਜੋ ਨਾਮ ਹੈ ਉਹਦਾ ਪ੍ਰਗਾਸ ਮੇਰੇ ਹਿਰਦੇ ਵਿੱਚ ਕਰੋ, ਉਹ ਮੇਰੇ ਹਿਰਦੇ ਵਿੱਚ ਟਿਕ ਜਾਵੇ ਤਾਂ ਜੋ ਮੈਂ ਹਮੇਸ਼ਾ ਤੁਹਾਡੀ ਸ਼ਰਨ ਦੇ ਵਿੱਚ ਰਹਾਂ। ਹੁਣ ਅਸੀਂ ਪਹਿਲੇ ਬੰਦ ਦੀ ਵਿਚਾਰ ਕਰਦੇ ਹਾਂ ਜਿੱਥੇ ਸ਼ਬਦ ਆਏ ਹਨ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ। ਇਸ ਪੰਕਤੀ ਦੇ ਉਚਾਰਨ ਵਿੱਚ ਵੀ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ। ਆਮ ਇਹਦਾ ਪਾਠ ਕਈ ਲੋਕਾਂ ਕੋਲੋਂ ਅਚਰ ਚਰੈ ਵੀ ਸੁਣਿਆ ਹੈ। ਅਚਰ ਚਰੈ, ਅਚਰ ਦਾ ਕੋਈ ਮੀਨਿੰਗ ਨਾ ਸਪਸ਼ਟ ਹੁੰਦਾ ਨਹੀਂ ਹੈ, ਕਲੀਅਰ ਨਹੀਂ ਹੁੰਦਾ। ਇੱਥੇ ਐੜਾ ਜੋ ਹੈ ਉਹ ਅਗੇਤਰ ਦੇ ਰੂਪ ਵਿੱਚ ਵਰਤਿਆ ਗਿਆ ਹੈ। ਚਰ ਲਫ਼ਜ਼ ਦੇ ਅੱਗੇ ਐੜਾ ਵੱਖਰਾ ਲੱਗਿਆ ਹੈ। ਅਚਰ, ਚਰ ਦਾ ਮਤਲਬ ਹੈ ਉਹ ਚੀਜ਼ ਜਿਹੜੀ ਚਰੀ ਜਾ ਸਕਦੀ ਹੈ, ਜਿਹੜੀ ਖਾਧੀ ਜਾ ਸਕਦੀ ਹੈ, ਤੇ ਅਚਰ ਹੋ ਗਈ ਜਿਹੜੀ ਨਾ ਖਾਣ ਲਾਇਕ ਹੋਵੇ, ਨਾ ਖਾਧੀ ਜਾ ਸਕੇ। ਚਰਨਾ ਆਮ ਜਿਵੇਂ ਪਸ਼ੂਆਂ ਦੇ ਵਾਸਤੇ ਤਾਂ ਅਸੀਂ ਆਮ ਹੀ ਗੱਲ ਵਰਤਦੇ ਹਾਂ ਕਿ ਪਸ਼ੂ ਚਾਰਾ ਚਰ ਰਹੇ ਹਨ, ਖੇਤਾਂ ਵਿੱਚ ਚਰ ਰਹੇ ਹਨ। ਚਰਨੇ ਤੋਂ ਭਾਵ ਹੈ ਖਾ ਰਹੇ ਹਨ ਕਿਸੇ ਚੀਜ਼ ਨੂੰ। ਤਾਂ ਚਰ ਦਾ ਅਰਥ ਹੈ ਖਾਣਾ, ਅਚਰ ਜੋ ਨਾ ਖਾਧੀ ਜਾ ਸਕੇ। ਤੇ ਹੁਣ ਅਚਰ ਵਸਤੂ ਦੀ ਚਰਨ ਦੀ ਗੱਲ ਜਿਹੜੀ ਹੈ ਗੁਰੂ ਪਾਤਸ਼ਾਹ ਨੇ ਸ਼ੁਰੂ ਕੀਤੀ ਹੈ ਇਸ ਪੰਕਤੀ ਅੰਦਰ ਕਿ ਅਚਰ ਚਰੈ, ਉਹ ਵਸਤੂ ਜਿਹੜੀ ਅਚਰ ਹੈ, ਜਿਹੜੀ ਨਾ ਖਾਧੇ ਜਾਣ ਲਾਇਕ ਹੈ, ਉਸ ਨੂੰ ਖਾਧਾ ਜਾਏ ਅਗਰ ਤੇ। ਜੇ ਕੋਈ ਇਨਸਾਨ ਅਚਰ ਚਰੈ, ਉਸ ਵਸਤੂ ਨੂੰ ਖਾ ਲਵੇ ਜਿਹੜੀ ਨਾ ਖਾਧੀ ਜਾਣ ਵਾਲੀ ਹੈ। ਇਹ ਹੁਣ ਇਸ਼ਾਰੇ ਵਾਸਤੇ, ਇਸ਼ਾਰੇ ਮਾਤਰ ਗੱਲ ਕੀਤੀ ਗਈ ਹੈ। ਅਚਰ ਚਰੈ ਇਹ ਕਿਹੜੀ ਚੀਜ਼ ਹੈ ਜਿਹੜੀ ਨਾ ਖਾਧੀ ਜਾਏ? ਇਹ ਦੁਨਿਆਵੀ ਕੋਈ ਖਾਣ ਪੀਣ ਦੀ ਵਸਤੂਆਂ ਦੀ ਗੱਲ ਤਾਂ ਇੱਥੇ ਹੋ ਨਹੀਂ ਰਹੀ ਕਿ ਬਈ ਕੋਈ ਇਹੋ ਜਿਹੀ ਦਵਾਈ ਖਾਣੀ ਹੈ ਜਾਂ ਇਹੋ ਜਿਹੀ ਖੁਰਾਕ ਖਾਣੀ ਹੈ ਜਿਹੜੀ ਆਮ ਬੰਦੇ ਖਾ ਨਹੀਂ ਸਕਦੇ। ਗੱਲ ਨਹੀਂ ਹੋ ਰਹੀ, ਗੱਲ ਇੱਥੇ ਹੋ ਰਹੀ ਹੈ ਪ੍ਰੇਮ ਦੀ, ਸਿੱਧੀ ਦੀ, ਬੁੱਧੀ ਦੀ, ਭਰਮ ਕੱਟਣ ਦੀ। ਤਾਂ ਇੱਥੇ ਖਾਣ ਪੀਣ ਦੀ ਵਸਤੂ ਜਿਹੜੀ ਦੁਨਿਆਵੀ ਖਾਣ ਦੀ ਵਸਤੂਆਂ ਨੇ ਉਹਨਾਂ ਦੀ ਗੱਲ ਨਹੀਂ ਹੋ ਸਕਦੀ ਔਰ ਨਾ ਕੀਤੀ ਹੈ ਗੁਰੂ ਪਾਤਸ਼ਾਹ ਨੇ। ਇਹ ਇਸ਼ਾਰਾ ਹੈ ਉਸ ਚੀਜ਼ ਵੱਲ ਜਿਹਨੂੰ ਖਾਣਾ ਔਖਾ ਹੈ। ਖਾਣੇ ਤੋਂ ਨਾਲ ਕੀ ਹੁੰਦਾ ਹੈ ਵੀ ਕੋਈ ਚੀਜ਼ ਮੁੱਕ ਜਾਂਦੀ ਹੈ, ਮਿਟ ਜਾਂਦੀ ਹੈ। ਜਿਹੜੀ ਚੀਜ਼ ਅਸੀਂ ਖਾ ਜਾਂਦੇ ਹਾਂ ਔਰ ਉਹਦੀ ਹਸਤੀ ਤਾਂ ਬਾਹਰ ਦੁਨੀਆ ਦੇ ਵਿੱਚੋਂ ਤਾਂ ਮਿਟ ਜਾਂਦੀ ਹੈ, ਕਿਉਂਕਿ ਉਹ ਤੇ ਸਾਡੇ ਅੰਦਰ ਹੀ ਜਜ਼ਬ ਹੋ ਜਾਂਦੀ ਹੈ, ਹਜ਼ਮ ਹੋ ਜਾਂਦੀ ਹੈ।
तो ਕਿਹੜੀ ਚੀਜ਼ ਐਸੀ ਹੈ ਜਿਹਨੂੰ ਅਸੀਂ ਆਪਣੇ ਅੰਦਰ ਜਜ਼ਬ ਕਰ ਲੈਣਾ ਹੈ, ਜਿਹਨੂੰ ਆਪਣੇ ਅੰਦਰ ਹੀ ਖਾ ਲੈਣਾ ਹੈ, ਮਿਟਾ ਦੇਣਾ ਹੈ? ਤਾਂ ਉਹ ਇਸ਼ਾਰਾ ਉਹੀ ਹੈ ਜੋ ਰਾਹੋਂ ਦੀ ਪੰਕਤੀਆਂ 'ਚ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ, ਸਦਾ ਰਹੋ ਸ਼ਰਨਾਈ ਵਾਲੀ। तो वो शरनाई वही रहता है जिहड़ा अपने अंदर हौमे नूं मिटांदा है। और हौमे है वाकई अचार वस्तु, इनू काबू करना, इन्हें ते कंट्रोल करना कोई सौखी खेड तां है नहीं। इस अचर हौमे नूं चर जावे जिहड़ा तां सिद्ध होई, तां उसनूं ये सिद्धि यानी कि सफलता प्राप्त हो जाती है कि उन्हें एक बहुत ही कठिन काम नूं सिद्ध कर लिया है, हासिल कर लिया, नतीजा उन्हें सफलता मिल गई है जिन्हें अचर नूं चर लिया है। इस अचर लफज के अर्थों बारे ना अलग-अलग टीकाकारां 'च बहुत मतभेद ने। महान कोश दे विच अचर के अर्थ किए गए ने अविद्या, अज्ञानता। तो ये प्रोफैसर हरबंस सिंह जी ने जो डिस्कशन की है अलग-अलग टीकियां दी और अलग-अलग अर्थों की, तो उन्होंने कहा भी अविद्या का भाव दुनियावी अविद्या या दुनियावी ज्ञान की गल नहीं है, ये हर तरह के ज्ञान की गल है। इस करके हर तरह की अज्ञानता नूं जे खा लिया जाए तो वह भी नाम का प्रकाश ही हुंदा है। तो इस करके अचार वस्तु जड़ी है उन्होंने कहा कि नाम है। तो उन्होंने और एक अद्धे होर भी टीका जिवें फरीदकोटी टीका है उहदे विच अचार के अर्थ किए गए हैं कि जिहड़ा नाम नूं खा लवे। तो ये लफज जिहड़े ने मैनूं तां कोई माफक आए नहीं। नाम नूं खाना, नाम नूं खत्म करना, ये कुछ मैनूं तां जचदे नहीं हैं। और नाम कोई इस तरीके की वस्तु नहीं है भी जिन्हों मिटाना है, असीं खत्म करना है। नाम नूं तां हमेशा परमानेंट टिका के रखना। तो खान की वस्तु पता नहीं किवें उन्होंने एक्सैप्ट कर ली है। प्रोफैसर हरबंस सिंह जी ने अपनी सारी डिस्कशन करके तो फिर नाम के उत्ते ही जाके फोकस किया कि ये अर्थ नाम ही ठीक ने, तो जो कि मैनूं तां नहीं जचे। प्रोफैसर साहब सिंह जी ने दर्पण के अर्थ किए हैं अचर दे अमोड़ मन, अजित मन, जिहड़ा मन बहुत ही ढीठ है, जिन्हों साधना बड़ा मुश्किल है। तो अर्थ जिहड़े हैं हौमे दे करके ही मन अमोड़ हुंदा है, क्योंकि जिस हिरदे के अंदर हौमे टिकी हुंदी है ਉਹੀ ਅਮੋੜ ਹੁੰਦਾ है, वो सीधे राह नहीं पैंदा, क्योंकि वो अपने हंकार दे विच किसी पासों कोई ज्ञान, कोई सेध, कोई उपदेश लैण नूं राजी नहीं हुंदा। तो इस करके जो दर्पण के अर्थ किए गए हैं अमोड़ मन या अजित मन, उन्हां अर्थां दे नाल ही रलदे मिलदे ये जो हौमे नूं कंट्रोल करन दे जो भाव अर्थ हैं, मेरी समझ विच वो अर्थ जिहड़े हैं ज़्यादा ढुकवें हैं। कुछ एक ने इहदे अर्थ विकारां दे भी कीते हैं कि काम क्रोध नूं जे काबू कर लो, खास तौर पर काम के उत्ते जोर दिता है कि भाई काम नूं काबू कर लवो तो सिद्धि प्राप्त हो जाती है। तो निरे काम की गल नाल गल बनती नहीं है, क्योंकि काम के उत्ते तो कईयां ने पुराने जमाने के अंदर जती छती रह के या बिंद राख जो तरी है भाई वाली कबीर जी ने भी इशारा दिता है, तो वो सिर्फ सगों होर हौमे नूं ही जन्म दिंदा है। ਉਹਦੇ ਨਾਲ कोई प्रभु के नाल नेड़ता, कोई जीवन की सोझी प्राप्त होंदी नहीं है। तो उन्हां सारे अर्थां नूं छड्डदे होए असीं वापस इसे गल दे उत्ते ध्यान केंद्रित करते हाँ कि अचर चर है वो वस्तु जिहड़ी ना खाधे जाण वाली, ना काबू कर कीते जा सकन वाली नूं काबू कर लिया जावे, तो वह है इंसान के मन के अंदर उहदी टिकी हुई हौम है, जिहड़ी उहनूं नाम दे नाल जुड़न तो, प्रभु दे नाल जुड़न तो रोकती है, उहदे रस्ते 'च रुकावट बनती है। तो जिहड़ा इस हौमे नूं कंट्रोल कर लैंदा है, यानी हौमे नूं खा जांदा है, हौमे दा नाश कर लैंदा है, तां सिद्ध होई, तां उहनूं ये सफलता प्राप्त हो जाती है। और इस सिद्धि तो, इस सफलता तो उन्होंने सोझी की मिलती है, बुद्धि प्राई ते बुद्ध पाई। इस सिद्धि ते दा अर्थ है तो, इस सफलता तो उन्होंने ये बुद्धि प्राप्त होती है, भाव ये समझ मिलती है कि प्रेम के सर लागे तन भीतर तां भ्रम काटिया जाए, कि प्रभु के प्यार के जो तीर इस शरीर के विच खुभ जाते हैं, भाव हिरदे के विच प्रभु का प्यार टिक जाता है, तां भ्रम कटिया जाए। सारा भरम, सारी भटकना जिहड़ी है वो कट्टी जाती है। बंदा फिर डोलन तो, इधर उधर भटकन तो, भुलेखियां तो आज़ाद हो जाता है, उन्होंने छुटकारा मिल जाता है, उन्होंने जीवन का सही मार्ग मिल जाता है, जिस वेले प्रेम प्रभु का हिरदे दे विच टिक जाता है। तो रहाओ की पंक्ति तो सेध लैंदियां होइयां जो प्रभु के अगे, परमात्मा के अगे गुरु साहब ने इस दात की मंग की है कि मेरे हिरदे विच राम नाम का प्रगास करो ताकि मैं तुहाडी शरण दे विच रहां। तो यही सेध मिल के ये अचर के अर्थ हौमे वाले ही इत्थे टुकदे हैं कि जिहड़ा इंसान हौमे के उत्ते काबू कर लैंदा है, उन्होंने ये सफलता जीवन की सही मार्ग की प्राप्ति हो जाती है, उन्होंने ये सोझी मिल जाती है कि प्रभु के प्रेम ही जदों हिरदे विच टिकदा है तो जीवन विच सारे भरम, सारे भुलेखे
ਕੱਟੇ ਜਾਂਦੇ ਹਨ। ਤੋ ਇਤਨੇ ਬਚਨ ਪ੍ਰਵਾਨ ਕਰਨੇ ਜੀ। ਮੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਵੀਰ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਔਰ ਵੱਖ-ਵੱਖ ਜਿਹੜੇ ਟੀਕਾਕਾਰ ਨੇ ਉਹਨਾਂ ਦੀਆਂ ਰਾਵਾਂ ਵੀ ਸਾਹਮਣੇ ਰੱਖ ਕੇ ਵੀਰ ਜੀ ਨੇ ਦੱਸਿਆ ਕਿ ਇਹ ਜੋ ਅਚਰਚਰ ਹੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ ਦਾ ਕੀ ਭਾਵ ਹੈ। ਤਾਂ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ। ਤਾਂ ਸੰਗਤ ਜੀ, ਅਕਸਰ ਅਸੀਂ ਬੇਨਤੀ ਕਰੀਦੀ ਹੈ ਕਿ ਜਦ ਵੀ ਆਪਾਂ ਪਾਠ ਕਰੀਏ ਉਸ ਵੇਲੇ ਦੋ ਗੱਲਾਂ ਨੂੰ ਬਹੁਤ ਜ਼ਿਆਦਾ ਹਰ ਵੇਲੇ ਆਪਣੇ ਜ਼ਿਹਨ 'ਚ ਰੱਖਣ ਦੀ ਲੋੜ ਹੈ। ਪਹਿਲੀ, ਸਹੀ ਉਚਾਰਨ, ਤੇ ਦੂਸਰਾ ਉਹਦਾ ਅਰਥ ਸਮਝਣ। ਜਦ ਵੀ ਆਪਾਂ ਸਹਿਜ ਪਾਠ ਕਰਦੇ ਹਾਂ ਜਾਂ ਸਮਝੋ ਕੀਰਤਨ ਕਰਦੇ ਸੁਣਦੇ ਹਾਂ ਤਾਂ ਸਹੀ ਉਚਾਰਨ ਤੇ ਉਹਦੇ ਅਰਥ ਜਿਹੜੇ ਨੇ, ਭਾਵ ਕੀ ਹੈ, ਉਹ ਸਮਝਣ ਦੀ ਬੜੀ ਲੋੜ ਹੈ। ਤਾਂ ਹੀ ਉਹ ਗੁਰਬਾਣੀ ਪੜ੍ਹਨ ਸੁਣਨ ਦਾ ਸਾਨੂੰ ਕੋਈ ਲਾਭ ਹੋ ਸਕਦਾ ਹੈ। ਕਿਉਂਕਿ ਸਹੀ ਉਚਾਰਨ ਨਹੀਂ ਹੈ ਤੇ ਜਿਵੇਂ ਵੀਰ ਜੀ ਨੇ ਦੱਸਿਆ, ਅਚਰ ਆਮ ਤੌਰ ਤੇ ਪੜ੍ਹਿਆ ਜਾਂਦਾ, ਲਫ਼ਜ਼ ਹੈ ਆਚਰ, ਤੇ ਉਹਦੀ ਬੈਕਗਰਾਉਂਡ ਹੀ ਦੱਸੀ ਵੀ ਚਰ ਦੇ ਅੱਗੇ ਅਗੇਤਰ ਐੜਾ ਲੱਗਿਆ। ਤੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ ਕਿ ਐਤਵਾਰ ਖਿਮਾ ਕਰਨਾ, ਸ਼ਨੀਚਰਵਾਰ ਪਰਸੋਂ ਬਫਲੋ ਦੀਆਂ ਸੰਗਤਾਂ ਔਰ ਜਿਹੜੇ ਉੱਥੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ, ਉਹਨਾਂ ਨੇ ਇਹ ਅੱਛਾ ਉਦਮ ਲਿਆ ਕਿ ਉੱਥੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ। ਤੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਦੇਖੋ ਕਿ ਜਿਹੜੀ ਹੁਣ ਯੰਗਰ ਜਨਰੇਸ਼ਨ ਆ ਰਹੀ ਹੈ ਉਹਨਾਂ ਵਿੱਚ ਇਹ ਰਜੂਅ ਬੜਾ ਘਟਦਾ ਜਾ ਰਿਹਾ ਹੈ ਕਿ ਅਸੀਂ ਅੰਮ੍ਰਿਤ ਪਾਨ ਵੀ ਕਰਨਾ ਹੈ। ਹਾਲਾਂਕਿ ਅੰਮ੍ਰਿਤ ਜਿਹੜਾ ਪਾਨ ਕਰਨਾ ਇਹ ਸਿੱਖੀ ਵਿੱਚ ਦਾਖਲਾ ਹੈ। ਜੇ ਸਿੱਖੀ ਦਾਖਲਾ ਹੀ ਨਹੀਂ ਲਿਆ ਤੇ ਅਸੀਂ ਬਾਕੀ ਜੋ ਮਰਜ਼ੀ ਅਡੰਬਰ ਕਰੀ ਜਾਈਏ। ਇਹ ਸਾਡਾ ਮੂਲ ਕੰਮ ਹੈ ਕਿ ਪਹਿਲੇ ਦਾਖਲਾ ਲਈਏ, ਉਸ ਤੋਂ ਬਾਅਦ ਸਾਨੂੰ ਸਿੱਖਿਆ ਮਿਲੇ, ਗੁਰੂ ਜੋ ਕਵੇ ਉਹਦੇ ਮੁਤਾਬਕ ਚੱਲੀਏ। ਤੋ ਲੋੜ ਹੈ ਇਸ ਲਹਿਰ ਨੂੰ ਪ੍ਰਚੰਡ ਕਰਨ ਦੀ। ਅਖੰਡ ਕੀਰਤਨੀ ਜਥਾ ਵਾਲੇ ਦੇ ਬਹੁਤ ਧੰਨਵਾਦੀ ਹਾਂ ਕਿ ਉਹ ਜਿੱਥੇ ਵੀ ਉਹਨਾਂ ਦੇ ਅਖਾੜੇ ਲੱਗਦੇ ਨੇ ਉਹ ਇਸ ਗੱਲ ਨੂੰ ਪ੍ਰਚਾਰ ਕਰਦੇ ਨੇ, ਔਰ ਜਿਤਨੇ ਵੀ ਪ੍ਰਾਣੀ ਉਹਨਾਂ ਨਾਲ ਜੁੜੇ ਨੇ ਉਹਨਾਂ ਦੇ ਬੱਚੇ ਅੱਗੋਂ ਅੰਮ੍ਰਿਤਧਾਰੀ ਜਿਹੜੇ ਨੇ ਤੁਹਾਨੂੰ ਮਿਲਣਗੇ। ਪਰ ਆਮ ਤੌਰ ਤੇ ਜਿਹੜੀ ਬਹੁ ਗਿਣਤੀ ਹੁਣ ਆਪਾਂ ਦੇਖ ਰਹੇ ਹਾਂ ਆਪਣੇ ਕੌਮ ਦੇ ਵਿੱਚ, ਬਹੁ ਗਿਣਤੀ ਜਿਹੜੇ ਨੇ ਉਹ ਇਸ ਤੋਂ ਵਾਂਝੇ ਨੇ, ਜਦ ਕਿ ਇਹ ਬੇਸਿਕ ਪ੍ਰਾਇਮਰੀ ਚੀਜ਼ ਹੈ ਕਿ ਅਸੀਂ ਅੰਮ੍ਰਿਤ ਛਕਣਾ। ਤੋ ਇਸ ਲਈ ਮੈਂ ਬੇਨਤੀ ਕਰ ਰਿਹਾ ਸੰਗਤ ਨੂੰ ਕਿ ਇਸ ਬੜੇ ਅਹਿਮ ਵਿਸ਼ੇ ਵੱਲ ਆਪਾਂ ਧਿਆਨ ਦੇਈਏ। ਡਾਕਟਰ ਅਮਰਜੀਤ ਸਿੰਘ ਜੀ ਨੇ ਉਦਮ ਕੀਤਾ, ਤੋ ਉਹਦੇ ਨਾਲ ਕੀ ਹੈ ਕਿ ਥੋੜਾ ਜਿਹਾ ਭਾਵੇਂ ਜਿੰਨੀਆਂ ਵੀ ਸੰਗਤਾਂ ਨੇ ਅੰਮ੍ਰਿਤ ਛਕਿਆ, ਬਾਕੀਆਂ ਨੂੰ ਉਤਸ਼ਾਹ ਮਿਲਦਾ ਹੈ। ਤੋ ਆਓ ਸਤਸੰਗੀਓ, ਆਪਾਂ ਜਿੱਥੇ ਬਾਕੀ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਇਹ ਵੀ ਆਪਣਾ ਫਰਜ਼ ਸਮਝੀਏ ਕਿ ਅਸੀਂ ਆਪੋ ਆਪਣੇ ਇਲਾਕੇ ਵਿੱਚ ਜਾਂ ਆਪੋ ਆਪਣੇ ਸਰਕਲ ਦੇ ਵਿੱਚ ਇਸ ਗੱਲ ਨੂੰ ਕਰੀਏ। ਔਰ ਖਾਸ ਕਰਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇਹ ਅੰਮ੍ਰਿਤ ਸੰਚਾਰ ਜਿਹੜਾ ਜਾਂ ਅੰਮ੍ਰਿਤ ਪਾਨ ਕਰਨਾ ਇਹਦੇ ਬਾਅਦ ਨਾਲ ਜੋੜਨਾ ਚਾਹੀਦਾ। ਉਹਦੇ ਲਈ ਮੇਰੀ ਇੱਕ ਸੁਝਾਅ ਹੈ ਕਿ ਜਿੱਥੇ ਜਿੱਥੇ ਸਾਡੀ ਸੰਗਤ ਵਿੱਚ ਅਗਰ ਕੋਈ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਨੇ ਜਾਂ ਜਿਹੜੇ ਗੱਲਬਾਤ ਕਰ ਸਕਦੇ ਨੇ, ਤਾਂ ਸਾਨੂੰ ਹਰੇਕ ਏਰੀਆ ਦੇ ਵਿੱਚ, ਮੇਰੀ ਰਾਏ, ਜ਼ਾਤੀ ਰਾਏ ਇਹ ਹੈ ਕਿ ਮਹੀਨੇ 'ਚ ਇੱਕ ਦਿਨ ਇਹੋ ਜਿਹਾ ਰੱਖਿਆ ਜਾਏ ਜਿਸ ਦਿਨ ਕੇਵਲ ਅੰਮ੍ਰਿਤਪਾਨ ਕਰਨ ਦੇ ਕੀ ਲਾਭ ਨੇ, ਅੰਮ੍ਰਿਤਪਾਨ ਕਿਉਂ ਕਰਨਾ ਜ਼ਰੂਰੀ ਹੈ, ਉਹਦੇ 'ਚ ਕੀ ਲੋਕਾਂ ਨੇ ਵੱਲੋਂ ਜਿਹੜੇ ਭਰਮ ਫੈਲਾਏ ਜਾ ਰਹੇ ਨੇ, ਲਓ ਜੀ ਬੜਾ ਔਖਾ ਹੈ ਜੀ, ਅੰਮ੍ਰਿਤ ਟੁੱਟ ਜਾਏਗਾ ਜੀ, ਸਾਂਭ ਨਹੀਂ ਹੋਣਾ ਜੀ, ਇਹਨਾਂ ਸਾਰੀਆਂ ਗੱਲਾਂ ਦਾ, ਔਰ ਜਿਹੜੇ ਅੰਮ੍ਰਿਤ ਬਲਾਖੀ ਤਿਆਰ ਹੋਣ ਉਹਨਾਂ ਦੇ ਜਿਹੜੇ ਮਨ ਦੇ ਤੌਖਲੇ ਜਾਂ ਸਵਾਲ ਨੇ ਉਹਨਾਂ ਦੇ ਹੱਲ ਕੀਤੇ ਜਾਣ। ਔਰ ਇਹ ਕਨਸਟੈਂਟਲੀ ਲਗਾਤਾਰ ਇਹ ਜਾਰੀ ਰਹਿਣਾ ਚਾਹੀਦਾ। ਹਰ ਮਹੀਨੇ ਗੁਰਦੁਆਰਾ ਸਾਹਿਬ ਵਿੱਚ ਇੱਕ ਦਿਨ ਘੰਟੇ ਦਾ ਇਹੋ ਜਿਹਾ ਪ੍ਰੋਗਰਾਮ ਹੋਵੇ ਤਾਂ ਜੇ ਇਹ ਲਹਿਰ ਮੁੜ ਕੇ ਪ੍ਰਚੰਡ ਹੋ ਸਕੇ। ਤੇ ਦੂਸਰੀ ਗੱਲ ਮੈਂ ਇਹ ਵੀ ਜ਼ਰੂਰ ਸਮਝਦਾ ਕਿ ਜਿਹੜੇ ਵੀ ਅੰਮ੍ਰਿਤ ਬਲਾਖੀ ਨੇ ਉਹਨਾਂ ਨੂੰ ਸਿੱਧਾ ਹੀ ਡੇਟ ਦੇ ਕੇ ਅੰਮ੍ਰਿਤ ਛਕਾਉਣ ਲਈ ਬੁਲਾਉਣ ਦੀ ਥਾਂ ਤੇ ਉਸ ਤੋਂ ਪਹਿਲੇ ਹੋ ਸਕੇ ਤਾਂ ਉਹਨਾਂ ਦੀ ਓਰੀਐਂਟੇਸ਼ਨ ਜਿਹੜੀ ਹੋਵੇ, 1 2 3 4 ਸਿਟਿੰਗਸ ਹੋਣ ਜਿੱਥੇ ਉਹਨਾਂ ਨੂੰ ਅੰਮ੍ਰਿਤ ਸੰਚਾਰ ਬਾਰੇ ਪੂਰਾ ਗਿਆਨ ਦਿੱਤਾ ਜਾਏ, ਉਹਨਾਂ ਦੇ ਮਨ ਦੇ ਸਵਾਲ ਪੁੱਛੇ ਜਾਣ ਤਾਂ ਜੋ ਤਿਆਰ ਹੋ ਕੇ ਜਾਣ। ਤੋ ਇਹ ਮੇਰੀ ਬੇਨਤੀ ਹੈ ਸੰਗਤ ਨੂੰ ਪ੍ਰਵਾਨ ਕਰਨਾ ਕਿ ਇਹ ਇੱਕ ਬੜਾ ਜ਼ਰੂਰੀ ਅਹਿਮ ਅੰਗ ਹੈ ਜਿਹੜਾ ਕਿ ਮੈਂ ਸਮਝਦਾ ਕਿ ਅੱਜ ਦੇ ਯੁੱਗ ਵਿੱਚ ਹੁਣ ਇਹਨਾਂ ਦਿਨਾਂ 'ਚ ਅਣਗੌਲਿਆ ਹੋ ਰਿਹਾ। ਤੋ ਮੇਰੀ ਬੇਨਤੀ ਵੱਲ ਧਿਆਨ ਦੇਣਾ ਜੀ। ਧੰਨਵਾਦ। ਆਓ ਸੰਗਤ ਜੀ ਅਗਲੇ ਸਵਾਲ ਵੱਲ ਚੱਲਦੇ ਹਾਂ। ਸਵਾਲ ਕਰਤਾ ਪੁੱਛਦੇ ਨੇ ਕਿ ਗੁਰਦੁਆਰਾ ਸੰਨ ਸਾਹਿਬ ਦਾ ਕੀ ਇਤਿਹਾਸ ਹੈ। ਤੋ ਗੁਰਦੁਆਰਾ ਸੰਨ ਸਾਹਿਬ ਕਿੱਥੇ ਹੈ, ਉਹਦਾ ਕੀ ਇਤਿਹਾਸ ਹੈ, ਸਾਨੂੰ ਦੱਸਣਗੇ ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਇਹ ਸਥਾਨ ਛੇਹਰਟਾ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇੱਥੇ ਕੱਚਾ ਜਿਹਾ ਇੱਕ ਕੋਠਾ ਹੁੰਦਾ ਸੀ ਜੋ ਪਿੰਡ ਦੇ ਵਾਸੀਆਂ ਨੇ ਮੀਂਹ ਤੋਂ ਬਚਣ ਲਈ ਰੱਖਿਆ ਹੋਇਆ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਰਾਹੀਂ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੀ ਸੇਵਾ ਵਿੱਚ ਲੱਗ ਗਏ। ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਬਿਆਸ ਦਰਿਆ ਤੋਂ ਪਾਣੀ ਭਰ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਗਈ। ਤਾਂ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਅਤੇ ਦਾਸੂ ਨੇ ਇਸ ਦਾ ਕਰੜਾ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਬਿਨਾਂ ਕਿਸੇ ਨੂੰ ਦੱਸਿਆ ਗੋਇੰਦਵਾਲ ਸਾਹਿਬ ਤੋਂ ਬਾਸਰ ਕੇ ਆ ਗਏ ਤੇ ਇਸ ਜਗ੍ਹਾ ਚਨਾਂਦ ਵਿੱਚ ਬਾਗੀਆਂ ਵੱਲੋਂ ਮੀਂਹ ਕਣੀ ਤੇ ਧੁੱਪ ਤੋਂ ਬਚਾ ਲਈ ਬਣਾਏ ਕਮਰੇ ਵਿੱਚ ਬੈਠ ਕੇ ਗੁਰਬਾਣੀ ਚਿੰਤਨ ਵਿੱਚ ਲੱਗ ਗਏ। ਬਾਹਰ ਲਿਖ ਦਿੱਤਾ ਕਿ ਜੋ ਬੂਹਾ ਖੋਲੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ। ਜਦ ਸਵੇਰ ਹੋਈ ਤਾਂ ਉੱਥੇ ਸਿੱਖਾਂ ਦਾ ਇਕੱਠ ਹੋਇਆ। ਗੁਰੂ ਜੀ ਦੀ ਭਾਲ ਵਿੱਚ ਵਿਚਾਰਾਂ ਹੋਈਆਂ ਅਤੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਭਾਲ ਲਈ ਬੇਨਤੀ ਕੀਤੀ ਗਈ। ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਧੀਰਜ ਬਣਾਈ ਰੱਖਿਆ ਅਤੇ ਗੁਰੂ ਜੀ ਦੀ ਘੋੜੀ ਲਿਆਉਣ ਲਈ ਕਿਹਾ। ਘੋੜੀ ਅੱਗੇ ਅੱਗੇ ਤੇ ਬਾਬਾ ਬੁੱਢਾ ਜੀ ਮਗਰ ਤੁਰ ਪਏ। ਬਾਬਾ ਬੁੱਢਾ ਜੀ ਦੇ ਪਿੱਛੇ ਸੰਗਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਤੁਰ ਪਈਆਂ। ਘੋੜੀ ਇਸ ਅਸਥਾਨ ਤੇ ਆ ਕੇ ਰੁਕ ਗਈ। ਬੂਹੇ ਤੇ ਗੁਰੂ ਜੀ ਦਾ ਹੁਕਮ ਲਿਖਿਆ ਪੜ੍ਹ ਕੇ ਸੰਗਤਾਂ ਉਦਾਸ ਹੋ ਗਈਆਂ ਕਿ ਗੁਰੂ ਜੀ ਦੀ ਹੁਕਮ ਅਦੁੱਲੀ ਕੌਣ ਕਰੂ ਅਤੇ ਗੁਰੂ ਜੀ ਦੇ ਦਰਸ਼ਨਾਂ ਤੋਂ ਵਾਂਝੇ ਕਿਵੇਂ ਰਹਿ ਲਈਏ। ਸੰਗਤਾਂ ਦੇ ਚਿਹਰਿਆਂ ਤੇ ਉਦਾਸੀ ਪੜ ਕੇ ਸੰਗਤਾਂ ਨੂੰ ਦਿਲਾਸਾ ਦਿੱਤਾ, ਧੀਰਜ ਬਣਾਈ ਅਤੇ ਜੁਗਤ ਵਰਤੀ। ਉਹ ਜੁਗਤ ਕੀ ਵਰਤੀ? ਬਾਬਾ ਬੁੱਢਾ ਜੀ ਨੇ ਬੂਹਾ ਖੋਲਣ ਦੀ ਬਜਾਏ ਮਗਰੋਂ ਕੰਧ ਵਿੱਚ ਸੰਨ ਪੜ ਕੇ ਲਾ ਕੇ ਭਾਵ ਪਿੱਛੋਂ ਦੀਵਾਰ ਤੋੜ ਕੇ ਗੁਰੂ ਜੀ ਦੇ ਦਰਸ਼ਨ ਆਪ ਵੀ ਕੀਤੇ ਤੇ ਸੰਗਤਾਂ ਨੂੰ ਵੀ ਕਰਵਾਏ। ਇਸੇ ਨੂੰ ਲੈ ਕੇ ਗੁਰਦੁਆਰਾ ਸੰਨ ਸਾਹਿਬ ਮਸ਼ਹੂਰ ਹੋਇਆ ਤੇ ਅੱਜ ਵੀ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਲਈ ਆਉਂਦੀਆਂ ਹਨ। ਤੋ ਇਹ ਹੈ ਸੰਖੇਪ ਇਤਿਹਾਸ ਗੁਰਦੁਆਰਾ ਸੰਨ ਸਾਹਿਬ ਜੀ ਦਾ ਤੇ ਜਿੱਥੇ ਸੰਗਤਾਂ ਹਾਲੀ ਵੀ ਜਿਹੜੀਆਂ ਹਨ ਉਹ ਦੂਰੋਂ ਦੂਰੋਂ ਆ ਕੇ ਜਿਹੜੀਆਂ ਹਨ ਦਰਸ਼ਨ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸੰਗਤ ਜੀ, ਇਹ ਇੱਕ ਇਤਿਹਾਸਕ ਗੱਲ ਹੈ ਜਿਹੜੀ ਵੀਰ ਜੀ ਸਾਨੂੰ ਦੱਸੀ ਹੈ, ਕਿਉਂਕਿ ਜਿਹੜੇ ਤਾਂ ਸੱਜਣ ਉੱਥੇ ਜਾਂਦੇ ਨੇ ਜਾਂ ਦਰਸ਼ਨ ਕਰਦੇ ਨੇ ਉਹਨੂੰ ਤਾਂ ਪਤਾ ਲੱਗ ਜਾਂਦਾ, ਵਰਨਾ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਤੋ ਸਵਾਲਕਰਤਾ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਨੂੰ ਸਵਾਲ ਪਾਇਆ ਕਿ ਗੁਰਦੁਆਰਾ ਸੰਨ ਸਾਹਿਬ ਕੀ। ਤੋ ਵੀਰ ਤੇਜਿੰਦਰ ਸਿੰਘ ਜੀ ਨੇ ਆਪ ਜੀ ਨੂੰ ਉਹਦੀ ਲੋਕੇਸ਼ਨ ਕਿੱਥੇ ਹੈ ਔਰ ਉਹਦਾ ਜਿਹੜਾ ਬੈਕਗਰਾਉਂਡ ਹੈ, ਉਸ ਹਿਸਟੋਰੀਕਲ ਬੈਕਗਰਾਉਂਡ ਕੀ ਹੈ, ਉਹ ਆਪ ਜੀ ਨੂੰ ਦੱਸਿਆ। ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਸਾਨੂੰ ਇਸੇ ਤਰ੍ਹਾਂ ਸਾਡੀ ਕਿਰਿਆਸਿਟੀ ਹੋਣੀ ਚਾਹੀਦੀ ਹੈ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਜਿਹੜੇ ਗੁਰੂ ਸਾਹਿਬਾਨ ਦੇ ਨਾਮ ਤੇ ਜਾਂ ਜਿਨ੍ਹਾਂ ਨੂੰ ਹਿਸਟੋਰਿਕ ਆਪਾਂ ਗੁਰਦੁਆਰਾ ਕਹਿੰਦੇ ਹਾਂ, ਉਹਨਾਂ ਦੀ ਹਿਸਟਰੀ ਕੀ ਹੈ ਉਹ ਪਤਾ ਹੋਣਾ ਵੀ ਸਾਨੂੰ ਜ਼ਰੂਰੀ ਹੈ, ਕਿਉਂਕਿ ਇਤਿਹਾਸ ਤੋਂ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲੱਭਦੀਆਂ ਨੇ ਜਿਹੜੀਆਂ ਸਾਡਾ ਆਉਣ ਵਾਲੇ ਜੀਵਨ ਲਈ ਮਾਰਗਦਰਸ਼ਕ ਬਣਦੀਆਂ ਨੇ। ਤੋ ਇਤਿਹਾਸ ਨਾਲ ਜਿੰਨਾ ਗੁਰਬਾਣੀ ਨਾਲ ਜੁੜਨਾ ਜ਼ਰੂਰੀ ਹੈ, ਉਹਨੇ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਜ਼ਰੂਰੀ ਹੈ। ਔਰ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਇਹੋ ਜਿਹੇ ਕਰਮ ਕਰੀਏ ਜਿਹੜਾ ਆਉਣ ਵਾਲੇ ਸਮੇਂ ਲਈ ਇਤਿਹਾਸ ਬਣ ਸਕੇ। ਇਹ ਸਾਨੂੰ ਖਿਆਲ ਰੱਖਣਾ ਚਾਹੀਦਾ। ਤੋ ਧੰਨਵਾਦ ਵੀਰ ਤੇਜਿੰਦਰ ਸਿੰਘ ਜੀ, ਇੱਕ ਵਾਰ ਫਿਰ ਆਪ ਜੀ ਦਾ ਧੰਨਵਾਦ ਕਰਦੇ ਹਾਂ। ਤੋ ਸੰਗਤ ਜੀ, ਆਪਾਂ ਬੇਨਤੀ ਅਕਸਰ ਕਰੀਦੀ ਹੈ ਕਿ ਸੰਗਤ ਵਿੱਚੋਂ ਨਵੇਂ ਸਪੀਕਰ ਜਿਹੜੇ ਨੇ ਆਉਣੇ ਚਾਹੀਦੇ ਨੇ। ਦੇਖੋ, ਅਜੇ ਤੱਕ ਸਾਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ, ਸਿਰਫ ਇੱਕ ਦੋ ਵੀਰਾਂ ਨੇ ਕਿਹਾ ਤੇ ਅਜੇ ਉਹਨਾਂ ਨੇ ਵੀ ਅਜੇ ਆਪਣੇ ਪੱਤੇ ਖੋਲੇ ਨਹੀਂ ਵੀ ਕਿਹੜੇ ਸਬਜੈਕਟ ਤੇ ਉਹਨਾਂ ਨੇ ਬੋਲਣਾ। ਉਹਨਾਂ ਨੂੰ ਬੇਨਤੀ ਹੈ ਔਰ ਬਾਕੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਇਹ ਅਸੀਂ ਬੇਨਤੀ ਕਰਦੇ ਰਹਿਣਾ, ਕਿਉਂਕਿ ਜਿਹੜੇ ਸਾਡੇ ਉਸਤਾਦ ਨੇ ਜਿਨ੍ਹਾਂ ਨੇ ਸਾਨੂੰ ਸਿੱਖ ਕ੍ਰਿਸ਼ੀ ਕਾਲਜ ਵਿੱਚ ਟ੍ਰੇਨਿੰਗ ਦਿੱਤੀ ਹੈ, ਉਹਨਾਂ ਨੇ ਪਹਿਲਾ ਸਬਕ ਹੀ ਦੱਸਿਆ ਸੀ ਵੀ ਬਿਲਕੁਲ ਤੁਸੀਂ ਢੀਠ ਬਣ ਕੇ ਰਹਿਣਾ, ਆਪਣੀ ਗੱਲ ਕਰੀ ਜਾਣੀ, ਕੋਈ ਮੰਨੇ ਜਾਂ ਨਾ ਮੰਨੇ। ਨਾ ਮੰਨੇ ਤਾਂ ਵੀ ਗੁੱਸਾ ਨਹੀਂ ਕਰਨਾ, ਮੰਨੇ ਤਾਂ ਵੀ ਧੰਨਵਾਦ ਕਰਨਾ।
ਤੋ ਇਸ ਕਰਕੇ ਅਸੀਂ ਆਪਣਾ ਇਹ ਰਾਗ ਅਲਾਪੀ ਜਾਣਾ। ਮੈਨੂੰ ਨਹੀਂ ਪਤਾ ਤੁਹਾਨੂੰ ਇਹ ਚੰਗਾ ਲੱਗਦਾ ਜਾਂ ਨਹੀਂ ਚੰਗਾ ਲੱਗਦਾ, ਪਰ ਅਸੀਂ ਆਪਣੀ ਜਿਹੜਾ ਇਹ ਰਾਗ ਹੈ, ਇਹ ਹਰ ਮੌਕਾ ਜਿਹੜੇ ਵੀ ਸਾਨੂੰ ਮਿਲੇਗਾ ਜ਼ਰੂਰ ਕਵਾਂਗੇ, ਤੁਹਾਨੂੰ ਬੇਨਤੀ ਕਰਾਂਗੇ। ਔਰ ਪਰ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਬੇਨਤੀ ਜਿਹੜੀ ਹੈ ਇਹ ਜ਼ਾਇਆ ਨਾ ਜਾਵੇ। ਤਾਂ ਮੈਂ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਉਹ ਕਿਰਪਾ ਕਰੋ, ਆਪਣਾ ਕੋਈ ਨਾ ਕੋਈ ਵਿਸ਼ਾ ਜਿਹੜਾ ਹੈ, ਕੋਈ ਸ਼ਬਦ, ਕੋਈ ਹਿਸਟੋਰੀਕਲ ਘਟਨਾ ਜਾਂ ਕੋਈ ਹੋਰ ਮਰਿਆਦਾ ਅਨੁਸਾਰ, ਕੋਈ ਮਰਿਆਦਾ ਦੇ ਮੁਤਾਬਕ ਕੋਈ ਆਪਣਾ ਲੇਖ ਤਿਆਰ ਕਰਕੇ, ਕੋਈ ਸਪੀਚ ਤਿਆਰ ਕਰਕੇ ਕਿਰਪਾ ਕਰਕੇ ਸੰਗਤ ਦੇ ਸਾਹਮਣੇ ਜ਼ਰੂਰ ਆਓ, ਕਿਉਂਕਿ ਸਾਡੀ ਇੱਛਾ ਹੈ ਕਿ ਇਸ ਪਲੇਟਫਾਰਮ ਤੇ ਨਵੇਂ ਚਿਹਰੇ ਜਿਹੜੇ ਨੇ ਆਉਣੇ ਚਾਹੀਦੇ ਨੇ, ਤਾਂ ਜੇ ਵੱਧ ਤੋਂ ਵੱਧ ਗਿਆਨ ਜਿਹੜਾ ਉਹ ਸਾਡੇ ਵਿੱਚ ਵੰਡਿਆ ਜਾਏ। ਤੋ ਮੈਂ ਆਪ ਜੀ ਦਾ ਇਨ ਐਡਵਾਂਸ ਧੰਨਵਾਦ ਕਰਦਾ ਕਿ ਤੁਸੀਂ ਇਸ ਪਾਸੇ ਧਿਆਨ ਦਿਓਗੇ। ਧੰਨਵਾਦ। ਤਾਂ ਉਹ ਸੰਗਤ ਜੀ ਆਪਾਂ ਅਗਲੇ ਸਵਾਲ ਵੱਲ ਚੱਲੀਏ। ਅਗਲਾ ਸਵਾਲ ਜਿਹੜਾ ਹੈ ਉਹ ਜਿਵੇਂ ਆਪਾਂ ਹੁਣੇ ਬੇਨਤੀ ਕੀਤੀ ਹੈ ਕਿ ਗੁਰਬਾਣੀ ਦਾ ਪਾਠ ਕਰਨ ਲੱਗਿਆ ਉਹ ਉਚਾਰਨ ਦਾ ਧਿਆਨ ਰੱਖਣਾ ਹੈ, ਉਹਦੇ ਅਰਥ ਭਾਵ ਦਾ ਧਿਆਨ ਰੱਖਣਾ ਹੈ। ਉੱਥੇ ਬਹੁਤ ਜ਼ਿਆਦਾ ਜ਼ਰੂਰੀ ਅਗਲਾ ਵਿਸ਼ਾ ਹੈ, ਇਹ ਟੌਪਿਕ ਹੈ, ਉਹ ਹੈ ਵਿਸ਼ਰਾਮ। ਵਿਸ਼ਰਾਮ ਕਿੱਥੇ ਲਾਉਣਾ, ਕਿਉਂਕਿ ਜੇ ਵਿਸ਼ਰਾਮ ਗਲਤ ਥਾਂ ਤੇ ਲੱਗ ਜਾਏ ਤਾਂ ਅਰਥਾਂ ਦੇ ਅਨਰਥ ਵੀ ਹੋ ਸਕਦੇ ਨੇ। ਤੋ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਇਸ ਪਾਸੇ ਪੂਰਾ ਧਿਆਨ ਦੇਈਏ ਕਿ ਵਿਸ਼ਰਾਮ ਕਿੱਥੇ ਲੱਗਣਾ। ਹੁੰਦਾ ਇਹ ਹੈ ਕਿ ਆਮ ਤੌਰ ਤੇ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਗੁਰਬਾਣੀ, ਉਹ ਸਾਡੇ ਉਸੇ ਤਰ੍ਹਾਂ ਸਾਡੀ ਰਸਨਾ ਤੇ ਚੜ੍ਹ ਜਾਂਦੀ ਹੈ, ਅਸੀਂ ਉੱਦਾਂ ਹੀ ਬੋਲੀ ਜਾਂਦੇ ਹਾਂ। ਔਰ ਖਾਸ ਕਰਕੇ ਗਲਤੀ ਉੱਥੇ ਹੁੰਦੀ ਹੈ ਜਿੱਥੇ ਤੁਕ ਜਿਹੜੀ ਹੈ ਆਮ ਬੋਲਣ ਵਾਲੀ ਹੋਵੇ, ਜਿਹੜੀ ਸਾਨੂੰ ਸੌਖੀ ਲੱਗਦੀ ਹੈ। ਕਿਉਂਕਿ ਜਿਹੜੀ ਤੁਕ ਔਖੀ ਲੱਗਦੀ ਹੋਵੇ, ਜਿਹੜੀ ਅਸੀਂ ਘੱਟ ਸੁਣੀ ਹੋਵੇ, ਉਹ ਜਿਸ ਵੇਲੇ ਸਾਡੇ ਸਾਹਮਣੇ ਆਉਂਦੀ ਹੈ ਤੇ ਸਾਡੀ ਕੰਸਨਟ੍ਰੇਸ਼ਨ ਆਪੇ 100% ਹੋ ਜਾਂਦੀ ਹੈ। ਪਰ ਜਿਸ ਵੇਲੇ ਆਪਾਂ ਜਿਵੇਂ ਜਪਜੀ ਸਾਹਿਬ ਦੀ ਤੁਕ ਆ ਜਾਏ, ਰਹਿਰਾਸ ਸਾਹਿਬ ਦੇ ਪਾਠ ਚੋਂ ਆ ਜਾਏ, ਤਾਂ ਉਹ ਅਸੀਂ ਸੋਚਦੇ ਹਾਂ ਰੋਜ਼ ਤੇ ਆਪਾਂ ਕਰਦੇ, ਸਾਨੂੰ ਪਤਾ ਹੀ ਹੈ। ਉਹ ਓਵਰ ਕਾਨਫੀਡੈਂਸ ਹੋਣ ਕਰਕੇ ਕਈ ਵਾਰ ਵਿਸ਼ਰਾਮ ਗਲਤ ਲੱਗ ਜਾਂਦਾ ਹੈ। ਜੇ ਨਾ ਪਤਾ ਲੱਗੇ, ਪੁੱਛਣਾ ਜ਼ਰੂਰੀ ਹੈ। ਤੇ ਇਸੇ ਤਰ੍ਹਾਂ ਸੰਗਤ ਚੋਂ ਕਿਸੇ ਨੇ ਪੁੱਛਿਆ ਕਿ ਜਪਜੀ ਸਾਹਿਬ ਜੀ ਦੀ ਤੁਕ ਹੈ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਇਹਦਾ ਸਹੀ ਵਿਸ਼ਰਾਮ ਕਿੱਥੇ ਹੈ? ਤੇ ਦੱਸਣਗੇ ਵੀਰ ਕਿੱਕਰ ਸਿੰਘ ਜੀ। ਕਿੱਕਰ ਸਿੰਘ ਜੀ, ਆਪ ਅਨਮਿਊਟ ਕਰ ਲਓ ਜੀ ਔਰ ਦੱਸੋ ਕਿ ਇਸ ਤੁਕ ਦਾ ਵਿਸ਼ਰਾਮ ਕਿੱਥੇ ਕਿੱਥੇ ਲੱਗਣਾ। ਹਾਂਜੀ, ਅਨਮਿਊਟ ਕਰ ਲਓ ਜੀ, ਅਜੇ ਹੋਏ ਨੇ, ਹੁਣ ਹੋ ਗਏ, ਕਰੋ ਜੀ। ਠੀਕ ਹੈ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ, ਜੋ ਸਵਾਲ ਕਰਤਾ ਨੇ ਸਵਾਲ ਰੱਖਿਆ ਜੀ ਵਿਸ਼ਰਾਮ ਦੇ ਸੰਬੰਧ ਵਿੱਚ, ਉਹ ਪੰਕਤੀ ਪਾਠ ਇਸ ਤਰ੍ਹਾਂ ਹੈ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਵੈਸੇ ਤਾਂ ਜਿਵੇਂ ਹੁਣ ਆਪਾਂ ਉਚਾਰਨ ਕੀਤਾ ਹੈ, ਉਚਾਰਨ ਤੋਂ ਹੀ ਵੀਰ ਜੀ ਨੂੰ ਪਤਾ ਲੱਗ ਗਿਆ ਹੋਣਾ, ਪਰ ਫਿਰ ਵੀ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ। ਆਮ ਤੌਰ ਤੇ ਇਸ ਦਾ ਗਲਤ ਉਚਾਰਨ ਵੀ ਕੀਤਾ ਜਾਂਦਾ ਹੈ, ਤੇ ਜੋ ਗਲਤ ਉਚਾਰਨ ਹੈ ਉਹ ਇਸ ਤਰ੍ਹਾਂ ਕੀਤਾ ਜਾਂਦਾ ਹੈ, ਸੋਈ ਸੋਈ ਸਦਾ ਸੱਚ ਸਾਹਿਬ, ਤੇ ਸਾਚਾ ਸਾਚੀ ਨਾਈ ਇਹਨੂੰ ਅਲੱਗ ਕਰਕੇ ਪੜ੍ਹਿਆ ਜਾਂਦਾ ਹੈ। ਇਹਦੇ ਵਿੱਚ ਵਿਚਾਰਨ ਵਾਲੀ ਗੱਲ ਇਹ ਹੈ ਵੀ ਇੱਕ ਚੀਜ਼ ਹੋ ਸਕਦੀ ਹੈ ਜਾਂ ਸਾਚਾ ਹੋ ਸਕਦਾ ਜਾਂ ਸਾਚੀ ਹੋ ਸਕਦੀ ਹੈ। ਕੋਈ ਵੀ ਚੀਜ਼ ਹੈ ਉਹ ਦੋਨੋਂ ਨਹੀਂ ਹੋ ਸਕਦੇ। ਜੇ ਪਰਮਾਤਮਾ ਸੱਚ ਹੈ ਤਾਂ ਪਰਮਾਤਮਾ ਸੱਚ ਹੀ ਨਹੀਂ ਹੋ ਸਕਦੀ, ਜੇ ਕੋਈ ਚੀਜ਼ ਸਾਚੀ ਹੈ ਤਾਂ ਉਹ ਸਾਚਾ ਨਹੀਂ ਹੋ ਸਕਦਾ। ਪਤਾ ਨਹੀਂ ਉਹ ਕੀ ਸੋਚ ਕੇ ਇੱਦਾਂ ਉਚਾਰਨ ਕਰ ਰਹੇ ਆ, ਜਦੋਂ ਕਿ ਗੁਰਮਤਿ ਅਨੁਸਾਰ, ਗੁਰਬਾਣੀ ਵਿਆਕਰਨ ਅਨੁਸਾਰ ਜੋ ਨਿਯਮ ਹੈ ਉਹਦੇ ਮੁਤਾਬਕ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਇਹ ਬਿਲਕੁਲ ਢੁਕਵਾਂ ਜਿਹੜਾ ਇਹਦਾ ਉਚਾਰਨ ਹੈ। ਸੋ ਪਹਿਲਾ ਵਿਸ਼ਰਾਮ ਸੋਈ ਤੇ ਲੱਗਣਾ ਹੈ ਜੀ, ਉਸ ਤੋਂ ਅਗਲਾ ਵਿਸ਼ਰਾਮ ਸੱਚ ਤੇ ਲੱਗਣਾ ਹੈ ਜੀ, ਤੇ ਤੀਜਾ ਜਿਹੜਾ ਛੋਟਾ ਵਿਸ਼ਰਾਮ ਜਿਹਨੂੰ ਅਸੀਂ ਅਰਧ ਵਿਸ਼ਰਾਮ ਤੇ ਕੌਮਾ ਵੀ ਕਹਿ ਦਿੰਦੇ ਹਾਂ, ਪੂਰਾ ਵਿਸ਼ਰਾਮ ਫੁੱਲ ਸਟਾਪ ਹੁੰਦਾ, 2 ਡੰਡੀਆਂ, ਸਾਚਾ ਤੇ ਲੱਗਣਾ ਹੈ ਜੀ, ਸਾਚੀ ਨਾਈ ਤੇ ਫੁੱਲ ਸਟਾਪ 2 ਡੰਡੀਆਂ ਲੱਗੀਆਂ ਹੋਈਆਂ ਹਨ। ਇਸ ਤਰ੍ਹਾਂ ਹੀ ਇਹਦੇ ਨਾਲ ਅਗਲੀ ਪੰਕਤੀ ਵੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਭਾਵੇਂ ਇਹ ਵੀਰ ਜੀ ਨੇ ਨਹੀਂ ਪੁੱਛੀ ਪੰਕਤੀ, ਪਰ ਫਿਰ ਵੀ ਕਿਉਂਕਿ ਇਸ ਪੰਕਤੀ ਦੇ ਨਾਲ ਉਹਦਾ ਹਿੱਸਾ ਹੈ ਭੀ ਕੌਮਾ ਹੋਸੀ ਕੌਮਾ ਜਾਏ ਨਾ ਜਾਸੀ, ਜਿਹੜਾ ਨਾਮਵਾਚਕ ਹੈ ਇਹ ਦੇਲੀ ਦੀਪਕ ਹੈ, ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਸੋ ਇਹ ਪਾਠ ਜਪਜੀ ਸਾਹਿਬ ਦੀ 27ਵੀਂ ਪੌੜੀ ਵਿੱਚੋਂ ਲਿਆ ਗਿਆ ਹੈ। ਭਾਵੇਂ ਵੀਰ ਜੀ ਨੇ ਜਾਣਕਾਰੀ ਸਿਰਫ ਵਿਸ਼ਰਾਮਾਂ ਦੀ ਪੁੱਛੀ ਹੈ,
ਪਰ ਇਹ ਇੱਕ ਬਹੁਤ ਮਹੱਤਵਪੂਰਨ ਜਿਹੜੀ ਇਹ ਪੌੜੀ ਹੈ ਜਪਜੀ ਸਾਹਿਬ ਦੇ ਵਿੱਚ, ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਗੇ 2 ਵਾਰੀ ਹੋਰ ਵੀ ਪਾਠ ਆਉਂਦਾ ਹੈ। ਇਸ ਕਰਕੇ ਮੈਂ ਸਮਝਦਾ ਵੀ ਇਹਦੀ ਥੋੜੀ ਜੀ ਸੰਖੇਪ ਦੇ ਵਿੱਚ ਜਾਣਕਾਰੀ ਦੇ ਦਿੱਤੀ ਜਾਵੇ। ਹਾਂਜੀ, ਇਹ ਪਾਠ ਜਪਜੀ ਸਾਹਿਬ ਦੀ 27ਵੀਂ ਪੌੜੀ ਵਿੱਚੋਂ ਲਿਆ ਗਿਆ ਹੈ, ਜਿਸ ਨੂੰ ਅਸੀਂ ਆਮ ਤੌਰ ਤੇ ਸੋਰਦਾਰ ਦੀ ਪੌੜੀ ਵੀ ਕਹਿੰਦੇ ਹਾਂ। ਇੱਥੇ ਇਸ ਪੌੜੀ ਦਾ ਪਾਠ ਰਾਗ ਰਹਿਤ ਹੈ, ਭਾਵ ਰਾਗ ਦੀ ਬੰਦਿਸ਼ ਤੋਂ ਰਹਿਤ ਹੈ। ਸਮੁੱਚੇ ਜਪਜੀ ਸਾਹਿਬ ਨੂੰ ਰਾਗ ਰਹਿਤ ਮੰਨਿਆ ਗਿਆ ਹੈ। ਇਸ ਕਰਕੇ ਇਹ ਜਿਹੜੀ ਪੌੜੀ ਹੈ 27ਵੀਂ ਸੋਦਾਰ ਵਾਲੀ, ਇਹ ਵੀ ਰਾਗ ਰਹਿਤ ਹੈ ਜੀ। ਲੇਕਿਨ ਇੱਥੇ ਇਹ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ, ਇਹ ਜਿਹੜਾ ਪੌੜੀ ਦਾ ਪਾਠ ਹੈ ਇਹ ਥੋੜੇ ਭੇਦ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 8 ਤੇ 20 ਦਰਜ ਹੈ। ਰਾਗ ਆਸਾ ਮਹਿਲਾ ਪਹਿਲਾ ਦੇ ਨਾਂ ਤੇ ਦਰਜ ਹੈ, ਜਿਸ ਨੂੰ ਅਸੀਂ ਆਮ ਤੌਰ ਤੇ ਸੋਦਰ ਰਹਿ ਰਾਸ ਜੀ ਦਾ ਪਹਿਲਾ ਸ਼ਬਦ ਕਹਿੰਦੇ ਹਾਂ। ਉਹ ਇੱਥੇ ਇਹਨੂੰ ਪੌੜੀ ਦੇ ਰੂਪ ਚ ਲਿਆ ਗਿਆ, ਲੇਕਿਨ ਸੋਦਰ ਵਿੱਚ ਉੱਥੇ ਪੌੜੀ ਨਹੀਂ ਹੈ, ਉੱਥੇ ਇਹ ਸ਼ਬਦ ਹੈ। ਭਾਵੇਂ ਬਾਣੀ ਸੇਮ ਹੀ ਹੈ, ਥੋੜੇ ਫਰਕ ਨਾਲ, ਪਰ ਉੱਥੇ ਅਸੀਂ ਪੌੜੀ ਨਹੀਂ ਕਹਿ ਸਕਦੇ। ਜਪਜੀ ਸਾਹਿਬ ਦੇ ਵਿੱਚ ਪੌੜੀ ਹੈ, ਉੱਥੇ ਇਹ ਸ਼ਬਦ ਹੈ। ਭਾਵ ਸੋਦਰ ਰਹਿ ਰਾਸ ਸਾਹਿਬ ਜੀ ਦਾ ਪਹਿਲਾ ਇਸ ਸ਼ਬਦ ਤੋਂ ਹੀ ਸ਼ੁਰੂ ਹੁੰਦਾ ਹੈ। ਸੋਦਰ ਦੀ ਬਾਣੀ ਜਿਹੜੀ ਸ਼ਾਮ ਨੂੰ ਪੜ੍ਹੀ ਜਾਂਦੀ ਹੈ, ਉਹ ਇਸ ਸ਼ਬਦ ਤੋਂ ਹੀ 27ਵੀਂ ਪੌੜੀ ਵਾਲੇ ਸ਼ਬਦ ਤੋਂ ਹੀ ਸ਼ੁਰੂ ਹੁੰਦੀ ਹੈ। ਅਤੇ ਪੰਥ ਪ੍ਰਵੰਤ ਰਹਿਤ ਮਰਜ਼ਾਦਾ ਅਨੁਸਾਰ ਵੀ ਠੀਕ ਹੈ, ਪਰ ਬਦਕਿਸਮਤੀ ਨਾਲ ਸਾਡੇ ਕੁਝ ਡੇਰੇਦਾਰ ਜਾਂ ਹੋਰ ਸੰਸਥਾਵਾਂ ਨੇ ਵਾਧੂ ਸ਼ਬਦ ਲਾਏ ਹੋਏ ਹੈ ਰਹਿ ਰਾਤ ਦੇ ਮੂਹਰੇ, ਜਿਵੇਂ ਦੁੱਖ ਦਾਰੂ ਸੁੱਖ ਰੋਗ ਪਿਆ, ਕਿਸੇ ਨੇ ਇਹ ਸ਼ਬਦ ਲਾ ਲਿਆ, ਕਈਆਂ ਨੇ 2 ਸ਼ਬਦ ਲਾ ਲਏ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆ ਰਾਮ ਰਾਜੇ। ਮੈਂ ਹੁਣੇ ਇੱਕ ਹੋਰ ਗੁਟਕਾ ਦੇਖਿਆ ਨਾਨਕਸਰ ਵਾਲਿਆਂ ਦਾ, ਉਹਨਾਂ ਨੇ ਇੱਕ ਸ਼ਬਦ ਦੋਨਾਂ ਸ਼ਬਦਾਂ ਦੇ ਵਿਚਕਾਰ ਕਾਫੀ ਵੱਡਾ ਸ਼ਬਦ ਹੋਰ ਲਾ ਲਿਆ। ਭਾਵ ਅਸੀਂ ਜਿਹੜਾ ਸੋਦਰ ਰਹਿ ਰਾਤ ਦੀ ਬੰਤਰ ਹੈ 9 ਸ਼ਬਦ ਹੈ, ਉਹਨਾਂ ਨੂੰ ਇਹ ਲੋਕ ਵਿਗਾੜਨ ਤੇ ਲੱਗੇ ਹੋਏ ਆ। ਸੋ ਇਹ ਨਹੀਂ ਹੋਣਾ ਚਾਹੀਦਾ। ਸਾਨੂੰ ਜੋ ਪੰਥ ਪ੍ਰਵੰਤ ਰਹਿਤ ਮਰਜ਼ਾਦਾ ਉਸ ਦੇ ਅਨੁਸਾਰ ਹੀ ਜਿਹੜਾ ਸੋਦਰ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਤੀਜੀ ਵਾਰ ਇਹ ਫੇਰ ਜਿਹੜੀ ਪੌੜੀ ਹੈ ਸੋਦਰ ਦਾ ਸ਼ਬਦ ਹੈ, ਇਹ ਆਪਣੇ ਮੂਲ ਰਾਗ ਆਸਾ ਦੇ ਵਿੱਚ ਵੀ ਆਉਂਦਾ ਹੈ। ਉੱਥੇ ਜਿਹੜਾ ਇਹਦਾ ਸਰਲੇਖ ਹੈ ਰਾਗ ਆਸਾ ਮਹਿਲਾ ਪਹਿਲਾ ਘਰ ਪਹਿਲਾ ਸੋਦਰ, ਜਿੱਥੇ ਇਹ ਸੋਦਰ ਬਾਣੀ ਰਹਿ ਰਾਗ ਦੇ ਵਿੱਚ ਆਉਂਦਾ ਹੈ ਉੱਥੇ ਸੋਦਰ ਪਹਿਲਾਂ ਹੈ ਜੀ। ਲੇਕਿਨ ਜਦੋਂ ਰਾਗ ਦੇ ਵਿੱਚ ਇਹ ਆਉਂਦਾ ਹੈ ਰਾਗ ਆਸਾ ਦੇ ਵਿੱਚ, ਤਾਂ ਫਿਰ ਸੋਦਰ ਗੁਰੂ ਸਾਹਿਬ ਨੇ ਮਗਰ ਲਿਖਿਆ, ਉੱਥੇ ਸਰਲੇਖ ਨੂੰ ਪਿੱਛੇ ਕਰ ਦਿੱਤਾ। ਤੇ ਇੱਥੇ ਇਸ ਸ਼ਬਦ ਨੂੰ ਰਾਗ ਅਧੀਨ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ। ਜਦੋਂ ਅਸੀਂ ਸੋਦਰ ਬਾਣੀ ਰਹਿ ਰਾਸ ਪੜ੍ਹਦੇ ਹਾਂ, ਉੱਥੇ ਇਹਨੂੰ ਕਿਸੇ ਵੀ ਰਾਗ ਦੇ ਅਧੀਨ ਗਾਉਣ ਦੀ ਕੋਈ ਹਦਾਇਤ ਨਹੀਂ ਹੈ। ਇਵੇਂ ਜਪਜੀ ਸਾਹਿਬ ਦੇ ਵਿੱਚ ਵੀ ਕੋਈ ਰਾਗ ਨਹੀਂ ਹੈ। ਲੇਕਿਨ ਜਦੋਂ ਇਹ ਸ਼ਬਦ ਆਪਣੇ ਮੂਲ ਰਾਗ ਦੇ ਅਧੀਨ ਆਉਂਦਾ ਹੈ, ਤਾਂ ਉੱਥੇ ਇਸ ਨੂੰ ਗੁਰੂ ਸਾਹਿਬ ਨੇ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਤੇ ਜਿਹੜੀ ਇਹ ਪੰਕਤੀ ਹੈ ਸੋਈ ਸੋਈ ਸਦਾ ਸੱਚ ਸਹਿਬ ਸੱਚਾ ਸੱਚੀ ਨਾਈ, ਇਹਦਾ ਜੋ ਅਰਥ ਭਾਵ ਹੈ ਉਹ ਵੀ ਆਪਾਂ ਵਿਚਾਰ ਲਈਏ ਜੀ। ਸੋਈ ਸੋਈ ਦਾ ਮਤਲਬ ਹੁੰਦਾ ਹੈ, ਕਈ ਸ਼ਬਦ ਅਸੀਂ ਆਮ ਹੀ ਬਾਰ-ਬਾਰ ਵਰਤਦੇ ਹਾਂ, ਗੁਰ ਗੁਰ, ਹਰ ਹਰ, ਜੁਗ ਜੁਗ, ਭਾਵ ਕਿਸੇ ਸ਼ਬਦ ਤੇ ਥੋੜਾ ਜਿਹਾ ਵੱਧ ਜ਼ੋਰ ਦੇਣ ਵਾਸਤੇ ਉਸ ਨੂੰ 2 ਵਾਰ ਜਾਂ 3 ਵਾਰ ਵੀ ਲਗਾਤਾਰ ਉਚਾਰਨ ਕੀਤਾ ਜਾਂਦਾ। ਤੇ ਉੱਥੇ ਫਿਰ ਜਿਹੜਾ ਉਹਦਾ ਅਰਥ ਬਣਦਾ ਉਹ ਹੁੰਦਾ ਕੇਵਲ ਉਹੀ। ਇੱਥੇ ਜਿਹੜਾ ਹੁਣ ਸੋਈ ਸੋਈ ਤੋਂ ਭਾਵ ਕੀ ਹੈ ਜੀ? ਕੇਵਲ ਉਹੀ, ਭਾਵ ਪਰਮਾਤਮਾ ਹਮੇਸ਼ਾ ਲਈ ਸੱਚ ਹੈ, ਸਥਿਰ ਹੈ, ਉਸ ਦੀ ਸਦੀਵੀ ਹੋਂਦ ਹੈ, ਉਹ ਮਾਲਕ ਹਮੇਸ਼ਾ ਸੱਚਾ ਹੈ, ਅਤੇ ਉਹਦੀ ਵਡਿਆਈ ਨਾਈ ਮੈਨੇ ਹੁੰਦਾ ਜੀ ਵਡਿਆਈ। ਵਡਿਆਈ ਇਸਤਰੀ ਲਿੰਗ ਸ਼ਬਦ ਇੱਕ ਵਚਨ ਹੈ, ਇਸ ਕਰਕੇ ਸਾਚੀ ਆ ਗਿਆ, ਸਾਚੀ ਨਾਈ। ਤੇ ਜੋ ਸਾਹਿਬ ਇੱਕ ਵਚਨ ਪੁਲਿੰਗ ਸ਼ਬਦ ਹੈ ਉਹ ਸਾਚਾ ਹੈ, ਇਸ ਕਰਕੇ ਸਾਚਾ ਤੇ ਵਿਸ਼ਰਾਮ ਤੇ ਸਾਚੀ ਨਾਈ, ਉਹਦੀ ਵਡਿਆਈ ਵੀ ਸੱਚੀ ਹੈ, ਭਾਵ ਸਦਾ ਅਟਲ ਹੈ। ਅੱਗੇ ਹੈ ਜੀ, ਜਿਸ ਨੇ ਇਹ ਸਾਰੀ ਰਚਨਾ ਰਚੀ, ਭਾਵ ਸਮੁੱਚੀ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹ ਅਕਾਲ ਪੁਰਖ ਪਰਮਾਤਮਾ ਹੁਣ ਵੀ ਹੈ, ਵਰਤਮਾਨ ਵਿੱਚ ਵੀ ਹੈ, ਹੋਸੀ ਆਉਣ ਵਾਲੇ ਸਮੇਂ ਵਿੱਚ, ਭਵਿੱਖ ਵਿੱਚ ਵੀ ਹਮੇਸ਼ਾ ਹੋਵੇਗਾ, ਅਤੇ ਉਹ ਕਦੇ ਵੀ ਜਨਮ ਨਹੀਂ ਲੈਂਦਾ ਹੈ ਅਤੇ ਨਾ ਹੀ ਕਦੇ
ਇਸ ਦੁਨੀਆ ਤੋਂ ਜਾਵੇਗਾ, ਭਾਵ ਹਮੇਸ਼ਾ ਕੁਦਰਤ ਦੇ ਵਿੱਚ ਉਸਦਾ ਵਾਸਾ ਰਹੇਗਾ। ਅਸੀਂ ਆਮ ਹੀ ਰੋਜ਼ਾਨਾ ਪੜ੍ਹਦੇ ਹਾਂ ਜੀ, ਬਲਿਹਾਰੀ ਕੁਦਰਤ ਵਸਿਆ। ਉਹ ਕੁਦਰਤ ਦੇ ਵਿੱਚ ਵਸਿਆ ਹੋਇਆ, ਤੇਰਾ ਅੰਤ ਨਾ ਜਾਈ ਲਖਿਆ। ਸੋ ਵਿਸ਼ਰਾਮ ਦਾ ਜਿਹੜਾ ਗੁਰਬਾਣੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ। ਤੇ ਇਹਦੇ ਬਾਰੇ ਜੋ ਨਿਯਮ ਹੈ, ਜਿਹੜਾ ਔਂਕੜ ਲੱਗਿਆ ਹੁੰਦਾ ਹੈ, ਉਹਦਾ ਇੱਕ ਨਿਯਮ ਹੈ ਵੀ ਵਿਸ਼ਰਾਮ ਕਿਵੇਂ ਤੁਸੀਂ ਲਾਉਣਾ ਹੈ। ਉਹ ਇਹ ਕਹਿੰਦਾ ਜੀ, ਇਹ ਹੋ ਨਹੀਂ ਸਕਦਾ ਕਿ ਕਿਸੇ ਮੁਕਤਾ ਅੰਤ ਪੁਲਿੰਗ ਸ਼ਬਦ ਦੇ ਅੰਤ ਵਿੱਚ ਔਂਕੜ ਵੀ ਹੋਵੇ ਤੇ ਉਸ ਨਾਲ ਕੋਈ ਸੰਬੰਧਕੀ ਪ੍ਰੈਪੋਜੀਸ਼ਨ ਵੀ ਵਰਤਿਆ ਹੋਵੇ। ਇਸ ਕਰਕੇ ਜੇ ਉਹਦੇ ਨਾਲ ਕੋਈ ਸੰਬੰਧਕੀ ਸ਼ਬਦ ਹੈ ਤਾਂ ਫਿਰ ਮਗਰਲੇ ਅੱਖਰ ਦਾ ਜਿਹੜਾ ਔਂਕੜ ਹੈ ਉਹ ਲੈ ਜਾਂਦਾ ਹੈ। ਇੱਕ ਵਚਨ ਪੁਲਿੰਗ ਦੀ ਇਹ ਕੰਡੀਸ਼ਨ ਹੈ। ਤੇ ਜਿਵੇਂ ਗੁਰਬਿਨ, ਗੁਰ ਦਾ ਰਾਰਾ ਮੁਕਤਾ ਹੋ ਜਾਂਦਾ ਜੀ। ਵੈਸੇ ਗੁਰ ਇੱਕ ਵਚਨ ਪੁਲਿੰਗ ਸ਼ਬਦ ਹੈ, ਪਰ ਜਦੋਂ ਗੁਰ ਦੇ ਨਾਲ ਬਿਨ ਆ ਗਿਆ, ਗੁਰੂ ਤੋਂ ਬਿਨਾ ਗੁਰ ਦੇ ਬਿਨ, ਤਾਂ ਰਾਰਾ ਮੁਕਤਾ ਹੋ ਜਾਂਦਾ ਜੀ। ਨਾਮ ਤੁਲ, ਨਾਮ ਦੇ ਬਰਾਬਰ, ਤੇ ਨਾਮ ਦਾ ਮਮਾ ਮੁਕਤਾ ਹੋ ਗਿਆ ਜੀ। ਨਾਮ ਵੈਸੇ ਇੱਕ ਵਚਨ ਪੁਲਿੰਗ ਹੈ, ਨਾਮ ਨਾਲ ਮਮੇ ਔਂਕੜ ਆਉਂਦਾ ਹੈ, ਪਰ ਜਦੋਂ ਨਾਮ ਦੇ ਬਰਾਬਰ ਤੇ ਸੰਬੰਧਕੀ ਆ ਗਿਆ, ਭਾਵੇਂ ਉਹ ਲੁਪਤ ਹੈ ਤੇ ਭਾਵੇਂ ਲਿਖਤੀ ਰੂਪ 'ਚ ਹੀ ਹੋਵੇ, ਜਿਹੜਾ ਸੰਬੰਧਕੀ ਹੈ ਇਹ ਦੋਨੋਂ ਰੂਪ 'ਚ ਆਉਂਦਾ ਹੈ, ਲਿਖਤੀ ਰੂਪ 'ਚ ਵੀ ਆਉਂਦਾ ਹੈ ਤੇ ਲੁਪਤ ਰੂਪ 'ਚ ਵੀ ਆਉਂਦਾ। ਨਾਮ ਤੁਲ, ਨਾਮ ਦਾ ਮਮਾ ਮੁਕਤਾ ਹੋ ਗਿਆ ਜੀ। ਨਾਮ ਤੁਲ, ਘਰ ਮਾਹੀ, ਘਰ ਦੇ ਵਿੱਚ, ਇੱਥੇ ਵੀ ਘਰ ਦਾ ਰਾਰਾ ਮੁਕਤਾ ਹੋ ਗਿਆ। ਤੇ ਇਸ ਤਰ੍ਹਾਂ ਅਸੀਂ ਜਦੋਂ ਬਾਣੀ ਪੜ੍ਹਨੀ ਹੈ ਤਾਂ ਅਸੀਂ ਖਿਆਲ ਰੱਖਣਾ ਹੈ ਕਿ ਜਿਹੜੇ ਇਹ ਨਿਯਮ ਹੈ ਇਹਨਾਂ ਦੀ ਪਾਲਣਾ ਵੀ ਨਾਲ ਨਾਲ ਅਸੀਂ ਕਰਨੀ ਹੈ। ਹੁਣ ਆਪਾਂ ਇਹਨਾਂ ਨੂੰ ਸਮਝਣ ਵਾਸਤੇ ਵੀ ਜਿਹੜਾ ਔਂਕੜ ਹੈ ਇਹ ਕੀ ਰੋਲ ਅਦਾ ਕਰਦਾ ਹੈ, ਇਹਦੀ ਕਿਉਂ ਜ਼ਰੂਰਤ ਹੁੰਦੀ ਹੈ, ਤੇ ਇਹ ਕੋਈ ਅਰਥ ਕਰਨ ਵਿੱਚ ਵੀ ਸਹਾਇਕ ਹੁੰਦਾ ਹੈ ਜਾਂ ਕਿ ਅਸੀਂ ਆਪਦੀ ਮਨਮਰਜ਼ੀ ਨਾਲ ਹੀ ਅਰਥ ਕਰ ਲੈਂਦੇ ਹਾਂ, ਇਹ ਵੀ ਜ਼ਰੂਰੀ ਆ। ਸੋ ਹੁਣ ਆਪਾਂ ਇੱਕ ਦੋ ਉਦਾਹਰਨਾਂ ਗੁਰਬਾਣੀ ਵਿੱਚੋਂ ਲੈਂਦੇ ਹਾਂ ਜਿੱਥੇ ਆਮ ਤੌਰ ਤੇ ਵਿਸ਼ਰਾਮ ਗਲਤ ਲਗਾਏ ਜਾਂਦੇ ਹਨ। ਪਹਿਲਾ ਹੈ ਜੀ, ਭਿਸ਼ਤ ਨਜ਼ੀਕ ਰਾਖ ਰਹਿਮਾਨ। ਆਮ ਤੌਰ ਤੇ ਤੁਸੀਂ ਗ੍ਰੰਥੀਆਂ ਨੂੰ ਪਾਠ ਕਰਦੇ ਦੇਖਿਓ ਤੇ ਉਹ ਕਹਿਣਗੇ ਜੀ ਭਿਸ਼ਤ ਨਜ਼ੀਕ ਰਾਖ ਰਹਿਮਾਨ, ਜਿਹੜਾ ਕਿ ਬਿਲਕੁਲ ਗਲਤ ਉਚਾਰਨ ਹੈ, ਭਾਵ ਵਿਸ਼ਰਾਮ ਠੀਕ ਨਹੀਂ ਹੈ। ਤੇ ਠੀਕ ਵਿਸ਼ਰਾਮ ਹੈ ਜੀ ਭਿਸ਼ਤ, ਤੱਤੇ ਨੂੰ ਔਂਕੜ ਹੈ, ਜੇਕਰ ਇਹ ਡਿਸਪਲੇ ਹੋ ਸਕਦੀ ਹੈ ਪੰਕਤੀ ਤਾਂ ਕਰ ਦਿੱਤੀ ਜਾਵੇ ਜੀ। ਹਾਂ, ਭਿਸ਼ਤ ਦੇ ਤੱਤੇ ਨੂੰ ਔਂਕੜ ਹੈ ਜੀ, ਤੇ ਇਸ ਕਰਕੇ ਇੱਥੇ ਰੁਕਣਾ, ਔਂਕੜ ਕੌਮਾ ਲੱਗੇਗਾ। ਨਜ਼ੀਕ ਰਾਖ, ਮੈਨੂੰ ਨੇੜੇ ਰੱਖ, ਰਹਿਮਾਨਾ ਹੇ ਰਹਿਮਾਨ। ਤੇ ਇਹਦਾ ਜੋ ਅਰਥ ਹੈ, ਪਹਿਲਾਂ ਆਪਾਂ ਸ਼ਬਦੀ ਅਰਥ ਕਰ ਲੈਂਦੇ ਹਾਂ ਜੀ। ਭਿਸ਼ਤ ਇੱਕ ਵਚਨ ਪੁਲਿੰਗ ਸ਼ਬਦ ਹੈ, ਬਿਹਤ ਹੈ, ਨਜ਼ੀਕ ਰਾਖ ਨੇੜੇ ਰੱਖ, ਰਹਿਮਾਨਾ ਹੇ ਰਹਿਮਾਨ, ਹੇ ਰਹਿਮਾਨ ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਇਹੀ ਬਿਹਤ ਹੈ। ਵੀਰ ਜੀ ਇਹ ਭਿਸ਼ਤ ਨਜ਼ੀਕ ਕਰਾ ਕੇ ਰਹਿਮਾਨਾ ਕੱਢੋ। ਹਾਂਜੀ, ਇੱਥੇ ਤੱਤੇ ਨੂੰ ਔਂਕੜ ਆਖਰੀ ਹੈ ਪੰਕਤੀ ਜੀ, ਹੈ ਨਾ, ਆਖਰੀ ਪੰਕਤੀ ਹੈ। ਸਕਰੀਨ ਦੇ ਬਾਟਮ ਤੇ ਦੇਖੋ ਜੀ, ਬਿਲਕੁਲ ਐਂਡ ਤੇ। ਹਾਂਜੀ ਆ ਗਈ ਜੀ, ਆ ਗਈ। ਹਾਂਜੀ, ਇੱਥੇ ਤੱਤੇ ਨੂੰ ਔਂਕੜ ਹੈ ਜੀ, ਦੇਖੋ। ਇਸ ਕਰਕੇ ਜਿਹੜਾ ਜੇ ਬਿਹਤ ਦੇ ਨੇੜੇ ਹੁੰਦਾ ਤਾਂ ਫਿਰ ਤੱਤੇ ਦੀ ਔਂਕੜ ਲੈ ਜਾਣੀ ਚਾਹੀਦੀ ਸੀ। ਇਸ ਕਰਕੇ ਜਿਹੜੀ ਤੱਤੇ ਦੀ ਔਂਕੜ ਹੈ ਇਹ ਨਜ਼ਦੀਕ ਨੂੰ ਨੇੜੇ ਨਹੀਂ ਆਉਂਦੇ ਰਹੀ, ਤੇ ਇਹਦਾ ਅਰਥ ਹੈ ਜੀ ਬਿਹਤ ਹੈ, ਨਜ਼ਦੀਕ ਰਾਖ, ਨੇੜੇ ਰਾਖ, ਹੇ ਰਹਿਮਾਨ ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਤਾਂ ਤੇਰੀ ਨੇੜਤਾ ਹੀ ਸਵਰਗ ਹੈ, ਬਿਹਤ ਹੈ। ਤੇ ਇਸ ਨੁਕਤੇ ਨੂੰ ਸਮਝਣ ਲਈ ਇੱਕ ਆਪਾਂ ਹੋਰ ਉਦਾਹਰਨਾਂ ਲੈ ਲੈਂਦੇ ਹਾਂ। ਕਵਨ ਨਰਕ ਕਿਆ ਸੁਰਗ ਵਿਚਾਰਾ, ਤੇ ਸੰਤਨ ਦਊ ਰਾਧੇ। ਭਾਵ ਇਹ ਵੀ ਕਬੀਰ ਸਾਹਿਬ ਦਾ ਹੀ ਹੈ, ਨਾ ਮੈਨੂੰ ਕੋਈ ਨਰਕ ਦਾ ਡਰ ਹੈ ਤੇ ਨਾ ਮੈਨੂੰ ਸੁਰਗ ਦੀ ਕੋਈ ਇੱਛਾ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਧੇ। ਤੇ ਇਸੇ ਸ਼ਬਦ ਦੇ ਵਿੱਚ ਹੀ ਜੈਸਾ ਮਗਰ ਤੈਸੀ ਕਾਸੀ, ਹਮ ਏਕੇ ਕਰ ਜਾਨੀ। ਮੇਰੇ ਲਈ ਤਾਂ ਜਿਹੋ ਜਿਹਾ ਮਗਰ ਹੈ ਉਹੋ ਜਿਹੀ ਕਾਸੀ ਹੈ। ਮੈਨੂੰ ਕੋਈ ਕਾਸੀ ਬਹੁਤੀ ਚੰਗੀ ਨਹੀਂ ਲੱਗਦੀ ਤੇ ਮਗਰ ਨਾਲ ਕੋਈ ਮਤਲਬ ਉਹ ਬੁਰਾ ਨਹੀਂ ਹੈ, ਮੇਰੇ ਵਾਸਤੇ ਦੋਨੋਂ ਹੀ ਬਰਾਬਰ ਹੈ। ਮੈਂ ਤਾਂ ਇੱਕ ਕਰਕੇ ਦੋਨਾਂ ਨੂੰ ਮੰਨਦਾ ਹਾਂ। ਸੋ
ਬ੍ਰਾਹਮਣ ਨੇ ਇਹ ਧਾਰਨਾ ਜਿਹੜੀ ਬਣਾਈ ਸੀ ਕਿ ਕਾਸ਼ੀ ਵਿੱਚ ਵਸਣ ਵਾਲੇ ਸਵਰਗਾਂ ਵਿੱਚ ਜਾਂਦੇ ਹੈ ਅਤੇ ਮਗਹਰ ਦੇ ਰਹਿਣ ਵਾਲੇ ਨਰਕਾਂ ਵਿੱਚ ਪੈਂਦੇ ਹੈ, ਕਿਉਂਕਿ ਮਗਹਰ ਦੀ ਧਰਤੀ ਸਰਾਪੀ ਹੋਈ ਹੈ ਅਤੇ ਕਾਸ਼ੀ ਨੂੰ ਵਰ ਮਿਲਿਆ ਹੈ। ਤੇ ਕਿਹੜਾ ਨਰਕ ਅਤੇ ਕਿਹੜਾ ਸਵਰਗ ਵਿਚਾਰਾ, ਜਦੋਂ ਕਿਸੇ ਨੂੰ ਛੁਟਿਆਉਣਾ ਹੋਵੇ ਨਾ ਜਾਂ ਤੁੱਛ ਦੱਸਣਾ ਹੋਵੇ ਤਾਂ ਫਿਰ ਵਿਚਾਰਾ ਸ਼ਬਦ ਵਰਤ ਲਿਆ ਜਾਂਦਾ ਹੈ ਤੇ ਉਸ ਨੂੰ ਵਿਚਾਰਾ ਕਹਿ ਦਿੱਤਾ ਜਾਂਦਾ ਹੈ। ਸੰਤਾਂ ਨੇ ਤਾਂ ਦੋਵੇਂ ਹੀ ਰੱਦ ਕਰ ਦਿੱਤੇ। ਇੱਕ ਹੋਰ ਦੂਜੀ ਉਦਾਹਰਨ ਹੈ ਜੀ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਇੱਥੇ ਵੀ ਜਿਹੜਾ ਅਰਜੁਨ ਹੈ ਉਹਦੇ ਨੰਨੇ ਨੂੰ ਔਂਕੜ ਹੈ, ਇਸ ਕਰਕੇ ਜਿਹੜਾ ਘਰ ਹੈ ਉਹ ਅਰਜੁਨ ਦੇ ਨੇੜੇ ਨਹੀਂ ਆ ਸਕਦਾ। ਜਿਹੜਾ ਨੰਨੇ ਦਾ ਔਂਕੜ ਹੈ ਉਹ ਨੇੜੇ ਨਹੀਂ ਆਉਂਦੇ ਰਿਹਾ। ਤੇ ਉਸ ਤੋਂ ਅੱਗੇ ਦੇਖੋ ਜੀ, ਰਾਮਦਾਸ, ਗੁਰੂ ਰਾਮਦਾਸ ਦਾ ਸੱਸਾ ਮੁਕਤਾ ਭਾਵ ਗੁਰੂ ਰਾਮਦਾਸ ਦੇ ਘਰ ਸੰਬੰਧ ਕੀ ਆ ਗਿਆ। ਇਸ ਕਰਕੇ ਜਿਹੜਾ ਘਰ ਹੈ ਉਹ ਗੁਰੂ ਰਾਮਦਾਸ ਦੇ ਨਾਲ ਜੁੜੇਗਾ, ਕਿਉਂਕਿ ਜਦੋਂ ਸੰਬੰਧ ਕੀ ਆ ਜੇ ਤੇ ਫਿਰ ਮਗਰਲਾ ਅੱਖਰ ਮੁਕਤਾ ਹੋ ਜਾਂਦਾ ਹੈ। ਜੇ ਉਹਨੂੰ ਔਂਕੜ ਲੱਗਿਆ ਤਾਂ ਫਿਰ ਇਹਦਾ ਮਤਲਬ ਉਹਦਾ ਸੰਬੰਧ ਉਸ ਨਾਲ ਨਹੀਂ ਹੈ। ਇੱਥੇ 3 ਵਾਰੀ ਆਇਆ ਜੀ ਲਗਾਤਾਰ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਅੱਗੇ ਹੈ ਜੀ, ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਨਾ। ਸੋ ਜਿਨ੍ਹਾਂ ਦਾ ਸਵਾਲ ਹੈ ਵੀ ਵਿਸ਼ਰਾਮ ਕਿਵੇਂ ਲੱਗਦੇ ਹੈ, ਔਂਕੜ ਉਹਦੇ ਵਿੱਚ ਕੀ ਰੋਲ ਅਦਾ ਕਰਦਾ ਹੈ, ਤੇ ਲਿੰਗ ਪਲਿੰਗ ਇਹ ਵੀ ਸਾਚਾ ਸਾਹਿਬ ਸਾਚਾ ਸਾਚੀ ਨਾਈ ਇਸਤਰੀ ਲਿੰਗ ਨਾਲ ਜਿਹੜੀ ਹੈ ਉਹਦੀ ਜਿਹੜੀ ਵਿਸ਼ੇਸ਼ਤਾ ਹੈ ਵਿਸ਼ੇਸ਼ਣ ਹੈ ਉਹ ਵੀ ਇਸਤਰੀ ਲਿੰਗ ਹੋ ਜਾਂਦਾ ਹੈ। ਪਲਿੰਗ ਨਾਲ ਜਿਹੜਾ ਕਰਤਾ ਕਾਰਕ ਹੈ ਉਹਦਾ ਵਿਸ਼ੇਸ਼ਣ ਵੀ ਪਲਿੰਗ ਹੁੰਦਾ ਹੈ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਕੀਕਤ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਜਿੱਥੇ ਇਹ ਜਿਸ ਤੁਕ ਬਾਰੇ ਸਵਾਲ ਆਇਆ ਉਹਨੂੰ ਜ਼ਿਆਦਾ ਖੋਲ ਕੇ ਦੱਸਣ ਲਈ ਹੋਰ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ। ਧੰਨਵਾਦ ਆਪ ਜੀ ਦਾ। ਤਾਂ ਸੰਗਤ ਜੀ, ਮੁੱਕਦੀ ਗੱਲ ਇਹ ਹੈ ਕਿ ਸਾਨੂੰ ਵਿਸ਼ਰਾਮ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕਈ ਵਾਰ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਔਰ ਬਹੁਤ ਸਾਰੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਹਕੀਕਤ ਸਿੰਘ ਜੀ ਨੇ ਰੱਖੀਆਂ ਨੇ। ਮੈਨੂੰ ਇੱਕ ਛੋਟੀ ਜਿਹੀ ਯਾਦ ਆਈ ਹੈ ਗੱਲ, ਜਲੰਧਰ ਵਿੱਚ ਗਿਆਨੀ ਅਜੀਤ ਸਿੰਘ ਜੀ ਰਤਨ, ਉਹ ਬੜੇ ਅੱਛੇ ਕਥਾਕਾਰ ਨੇ, ਕਾਫੀ ਬਜ਼ੁਰਗ ਅਵਸਥਾ 'ਚ ਨੇ ਹੁਣ, ਤੇ ਪਰ ਉਹਨਾਂ ਨੂੰ ਇਤਨੀ ਗੁਰਬਾਣੀ ਯਾਦ ਹੈ ਔਰ ਬੜਾ ਮਤਲਬ ਵੀ ਕਥਾ 'ਚ ਉਹਨਾਂ ਦੀ ਮੁਹਾਰਤ ਹੈ। ਤੇ ਇੱਕ ਵਾਰੀ ਸੁਣ ਲਿਆ ਸਾਂ ਤੇ ਉਹਨਾਂ ਨੇ ਇਹ ਕਿਹਾ ਸੀ ਜੇ ਵਿਸ਼ਰਾਮ ਗਲਤ ਲੱਗੇ ਤਾਂ ਅਨਰਥ ਹੋ ਜਾਂਦੇ ਨੇ। ਜਿਹੜੀ ਤੁਕ ਉਹਨਾਂ ਨੇ ਬੋਲੀ ਮੈਨੂੰ ਯਾਦ ਹੈ। ਉਹਨਾਂ ਨੇ ਲਿਖਿਆ ਸੀ ਕਿ ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੁਲਾਮਨ ਮੇਰਾ। ਉਹ ਕਹਿੰਦੇ ਵੀ ਜੇ ਕਿਤੇ ਅੰਧੇ ਤੋਂ ਬਾਅਦ ਗਲਤੀ ਨਾਲ ਕੌਮਾ ਲੱਗ ਜਾਏ, ਵਿਸ਼ਰਾਮ ਲੱਗ ਜਾਏ, ਤਾਂ ਦੇਖੋ ਕਿੰਨੇ ਗਲਤ ਅਰਥ ਹੋ ਜਾਣਗੇ। ਤੇ ਸਹੀ ਉਚਾਰਨ ਹੈ ਨਾਮ ਨਾ ਪਾਇਆ ਤੇਰਾ, ਇੱਥੇ ਰੋਕੇ ਅੰਧਾ ਭਰਮ ਭੁਲਾਮਨ ਮੇਰਾ। ਜੇਕਰ ਅਸੀਂ ਉਚਾਰਨ ਗਲਤ ਲਾਵਾਂਗੇ ਤੇ ਅੰਧਾ ਦੂਜੇ ਪਾਸੇ ਚੱਲ ਜਾਏਗਾ, ਜਦ ਕਿ ਮੇਰੇ ਮਨ ਲਈ ਹੈ। ਤੋ ਇੰਨਾ ਫਰਕ ਪੈਂਦਾ ਹੈ। ਤੋ ਇਸ ਕਰਕੇ ਆਓ ਕੋਸ਼ਿਸ਼ ਕਰੀਏ ਕਿ ਆਪਾਂ ਗੁਰਬਾਣੀ ਦੇ ਭਾਵ ਸਮਝਦੇ ਹਾਂ ਤੇ ਉਹਨਾਂ ਨੂੰ ਜ਼ਿਆਦਾ ਸੌਖਿਆਂ ਸਮਝਣ ਲਈ ਸਾਨੂੰ ਵਿਸ਼ਰਾਮ ਭਾਵ ਵਿਆਕਰਨ ਦਾ ਸਹਾਰਾ ਲੈਣਾ ਬੜਾ ਜ਼ਰੂਰੀ। ਧੰਨਵਾਦ ਇੱਕ ਵਾਰੀ ਫੇਰ ਵੀਰ ਜੀ ਦਾ। ਤੋ ਆਓ ਸੰਗਤ ਜੀ, ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ, ਚਾਰ ਬੂਏ ਤੋਂ ਕਿਆ ਗਿਆ ਜੀਵਤ ਕਈ ਹਜ਼ਾਰ। ਇਹ ਆਮ ਤੌਰ ਤੇ ਲੈਕਚਰਾਂ ਵਿੱਚ, ਕਥਾ ਵਿੱਚ ਇਹ ਜਿਹੜੀ ਹੈ ਇਹ ਤੁਕ ਬੋਲੀ ਜਾਂਦੀ ਹੈ, ਪਰ ਆਇਆ ਇਹ ਗੁਰਬਾਣੀ ਤਾਂ ਹੈ ਨਹੀਂ ਹੈ। ਤਾਂ ਸਵਾਲ ਕਰਤਾ ਪੁੱਛਦੇ ਨੇ ਵੀ ਇਹਦਾ ਕਰਤਾ ਕੌਣ ਹੈ, ਭਾਵ ਕਿਹਨੇ ਇਹ ਤੁਕਾਂਤ ਜਿਹੜਾ ਉਹ ਜੋੜਿਆ ਔਰ ਇਹਦਾ ਅਰਥ ਕੀ ਹੈ। ਬੇਨਤੀ ਕਰ ਰਹੇ ਹਾਂ ਵੀਰ ਪ੍ਰਭਕੀਰਤਨ ਸਿੰਘ ਜੀ, ਕਿਰਪਾ ਕਰਕੇ ਸਾਨੂੰ ਦੱਸੋ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਤੋਂ ਕੀ ਭਾਵ ਹੈ ਤੇ ਕਿਹਦੀ ਉਚਾਰੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਫਤਿਹ ਜੀ। ਸਵਾਲ ਹੈ ਕਿ ਇਹ ਪੰਕਤੀਆਂ ਜਿਹੜੀਆਂ ਵੀਰ ਜੀ ਨੇ ਪੜ੍ਹ ਕੇ ਸੁਣਾਈਆਂ ਹਨ, ਇਹ ਕਿਸ਼ਤੀਆਂ ਲਿਖੀਆਂ ਹੋਈਆਂ ਹਨ ਤੇ ਇਹਨਾਂ ਦਾ ਭਾਵ ਕੀ ਹੈ। ਇਹ ਪੰਕਤੀਆਂ ਜਿਵੇਂ ਕਿ ਵੀਰ ਜੀ ਨੇ ਦੱਸਿਆ, ਖਾਸ ਕਰਕੇ ਜਦੋਂ ਸ਼ਹੀਦੀ ਪੁਰਬ ਆਉਂਦੇ ਹਨ ਦਸੰਬਰ ਦੇ ਮਹੀਨੇ 'ਚ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਜਦੋਂ ਲੈਕਚਰ ਕੀਤੇ ਜਾਂਦੇ ਹਨ ਤਾਂ ਇਹ ਬਹੁਤ ਹੀ ਫ੍ਰੀਕੁਐਂਟਲੀ ਸਾਨੂੰ ਕੋਟ ਕੀਤੀਆਂ ਜਾਂਦੀਆਂ ਹਨ। ਔਰ ਇਹ ਜਿਸ ਢੰਗ ਨਾਲ ਇਹ ਐਕਸੈਪਟ ਹੋ ਗਈਆਂ ਹਨ ਸਾਡੇ ਸਮਾਜ ਦੇ ਵਿੱਚ, ਸਿੱਖ ਸਮਾਜ ਦੇ ਵਿੱਚ, ਪ੍ਰਚਾਰਕਾਂ ਦੇ ਵਿੱਚ, ਜਿਸ ਢੰਗ ਨਾਲ ਉਹ ਵਰਤਦੇ ਹਨ,
ਇਹ ਇੱਕ authentic source ਹੀ ਮੰਨ ਲਿਆ ਗਿਆ ਹੈ। ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਇਹ ਲੱਭਣ ਦੀ ਕਿ ਕੀ ਇਹ ਕਿਸੇ ਪੁਰਾਤਨ ਪ੍ਰਮਾਣਿਕ ਇਤਿਹਾਸਕ ਸਰੋਤ ਦੇ ਵਿੱਚੋਂ ਹਨ ਜਾਂ ਕਿੱਥੋਂ ਹਨ, ਪਰ ਅਸੀਂ ਇਹਦਾ ਸੋਰਸ ਕੋਈ ਡੈਫੀਨੇਟਲੀ ਲੱਭ ਨਹੀਂ ਸਕੇ। ਤੋ ਜਿਸ ਚੀਜ਼ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਕੋਈ ਪੁਰਾਣੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਨਹੀਂ ਹਨ। ਕਿਹਾ ਜਾਂਦਾ ਹੈ ਕਿ ਪੰਕਤੀਆਂ ਜਾਂ ਇਸ ਭਾਵ ਦੀ ਗੱਲ ਸਤਿਗੁਰੂ ਜੀ ਨੇ ਉਦੋਂ ਉਚਾਰੀ ਜਦੋਂ ਮਾਤਾਵਾਂ ਦਿੱਲੀ ਤੋਂ ਆ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲੀਆਂ ਤੇ ਉਹਨਾਂ ਨੇ ਪੁੱਛਿਆ ਕਿ 4 ਸਾਹਿਬਜ਼ਾਦੇ ਕਿੱਥੇ ਹਨ, ਤੇ ਅੱਗੋਂ ਸਤਿਗੁਰੂ ਜੀ ਨੇ ਸੰਗਤ ਵੱਲ ਇਸ਼ਾਰਾ ਕਰਕੇ ਇਹ ਪੰਕਤੀਆਂ ਉਚਾਰੀਆਂ ਤੇ ਇਹ ਜਵਾਬ ਦਿੱਤਾ ਕਿ 4 ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਹੁਣ ਇਹ ਜਿਵੇਂ ਮੈਂ ਦੱਸਿਆ ਹੈ ਕਿ ਕਿਸੇ ਸਰੋਤ ਦੇ ਵਿੱਚੋਂ ਨਹੀਂ ਹਨ, ਤਾਂ ਇਹ ਜਾਪਦਾ ਹੈ ਕਿ ਇਹ ਕਿਸੇ ਉਹਨਾਂ ਤੋਂ ਬਾਅਦ ਦੇ ਸਮੇਂ ਦੇ ਕਿਸੇ ਨਵੀਨ ਕਵੀ ਦੀ ਹੀ ਰਚਨਾ ਹਨ। ਔਰ ਪਰ ਇਹ ਜਿਹੜੀ ਰਚਨਾ ਹੈ ਜਿਸ ਵੀ ਕਵੀ ਨੇ ਲਿਖੀ ਹੈ, ਇਹ ਤਕਰੀਬਨ ਇਹੋ ਜਾਪਦਾ ਹੈ ਕਿ ਆਪਾਂ ਕਹਿ ਲਈਏ ਕਿ ਇਹ ਸਤਿਗੁਰੂ ਜੀ ਦੇ ਜੋ ਭਾਵਨਾ ਸੀ ਸੌਰੀ ਉਹਦੇ ਬਿਲਕੁਲ ਮੁਤਾਬਕ, ਉਹਦੀ ਬਿਲਕੁਲ ਪ੍ਰੋਪਰ ਤਰਜਮਾਨੀ ਕਰਦੀ ਹੈ ਕਿ ਸਤਿਗੁਰੂ ਜੀ ਨੇ ਜ਼ਫਰਨਾਮੇ ਵਿੱਚ ਜੋ ਕੁਝ ਇਸ ਭਾਵ ਦਾ ਹੀ ਔਰੰਗਜ਼ੇਬ ਨੂੰ ਜੋ ਚਿੱਠੀ ਲਿਖੀ ਸੀ ਉਹਦੇ ਵਿੱਚ ਲਿਖਿਆ ਸੀ ਕਿ ਕੀ ਹੋਇਆ ਕਿ ਤੂੰ ਮੇਰੇ 4 ਬੱਚੇ ਜਿਹੜੇ ਨੇ ਉਹਨਾਂ ਨੂੰ ਖੋਹ ਦਿੱਤਾ ਹੈ, ਮਾਰ ਦਿੱਤਾ ਹੈ। ਇਹ ਜਿਹੜਾ ਮੇਰਾ ਪੁੱਤਰ ਹੈ ਖਾਲਸਾ ਪੰਥ, ਇਹ ਕੁੰਡਲ ਵਾਲਾ ਸੱਪ ਬੈਠਾ ਹੈ। ਭਾਵ ਉਹਨਾਂ ਦਾ ਸੀ ਕਿ ਮੇਰਾ ਮਿਸ਼ਨ ਹਾਲੇ ਖਤਮ ਨਹੀਂ ਹੋਇਆ, ਮੇਰਾ ਮਿਸ਼ਨ ਮੇਰੇ ਪੁੱਤਰਾਂ ਤੇ ਡਿਪੈਂਡੈਂਟ ਨਹੀਂ ਸੀ। ਮੇਰੇ ਅਸਲੀ ਪੁੱਤਰ ਜਿਹੜੇ ਹਨ, ਜਿਹੜੇ ਮੇਰੇ ਅੰਮ੍ਰਿਤ ਛਕ ਕੇ ਸਿੰਘ ਸਜਣ ਵਾਲੇ ਹਨ, ਉਹ ਇਸ ਮਿਸ਼ਨ ਨੂੰ ਅੱਗੇ ਕੈਰੀ ਫਾਰਵਰਡ ਕਰਨਗੇ। ਤਾਂ ਇਹ ਬਿਲਕੁਲ ਉਹੀ ਭਾਵ ਨੂੰ ਪ੍ਰਗਟਾਉਂਦਾ ਹੈ। ਇਹ ਪੰਕਤੀਆਂ ਵੀ ਜਿਹੜੀਆਂ ਹਨ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਇਹ ਸਹੀ ਤਰਜਮਾਨੀ ਕਰਦੀਆਂ ਵੀ ਹਨ ਤੇ ਸ਼ਾਇਦ ਇਸੇ ਕਰਕੇ ਹੀ ਇੰਨੀਆਂ ਪਪੂਲਰ ਹੋ ਗਈਆਂ, ਬਹੁਤ ਹਰਮਨ ਪਿਆਰੀਆਂ ਹੋ ਗਈਆਂ ਹਨ ਤੇ ਤਕਰੀਬਨ ਹਰ ਇਹੋ ਜਿਹੇ ਮੌਕੇ ਦੇ ਉੱਤੇ ਸਾਨੂੰ ਇਹ ਪੰਕਤੀਆਂ ਸੁਣਨ ਨੂੰ ਮਿਲ ਜਾਂਦੀਆਂ ਹਨ। ਕਦੀ ਰਾਗੀ ਸੁਣਾ ਦਿੰਦੇ ਹਨ, ਕਦੀ ਵਿਚਾਰਕ ਸੁਣਾ ਦਿੰਦੇ ਹਨ। ਪਰ ਇਹਨਾਂ ਪੰਕਤੀਆਂ ਦੇ ਨਾਲ ਜੋ ਸੰਦਰਭ ਬਣਾਇਆ ਜਾਂਦਾ ਹੈ ਉਹਦਾ ਸਾਨੂੰ ਕੋਈ ਇਤਿਹਾਸਕ ਹਵਾਲਾ ਇਹਨੂੰ ਨਹੀਂ ਸਮਝਿਆ ਜਾ ਸਕਦਾ ਕਿ ਇਸ ਨਾਟਕੀ ਜਿਹੜਾ ਉਹਦਾ ਪਿਛੋਕੜ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਆ ਕੇ ਮਾਤਾਵਾਂ ਨੇ ਪੁੱਛਿਆ ਤੇ ਗੁਰੂ ਸਾਹਿਬ ਨੇ ਇਸ਼ਾਰਾ ਕਰਕੇ ਇਸ ਤਰ੍ਹਾਂ ਕੀਤਾ। ਇਹ ਅਸੀਂ ਇਹਨਾਂ ਪੰਕਤੀਆਂ ਦੇ ਸਹਾਰੇ ਤੇ ਇਹਨੂੰ ਕੋਈ ਇਤਿਹਾਸਕ ਤੱਥ ਨਹੀਂ ਸਮਝ ਸਕਦੇ। ਇਹ ਹੋ ਸਕਦਾ ਹੈ ਕਿ ਕਵੀ ਦਾ ਕਿ ਆਪਣਾ ਜਿਹੜਾ ਹੈ ਉਹ ਇੱਕ ਕਲਾਤਮਕ ਉਡਾਰੀ ਹੋਵੇ, ਜਿਹਨੂੰ ਅਸੀਂ ਕ੍ਰੀਏਟਿਵ ਲਾਇਸੈਂਸ ਕਹਿ ਦਿੰਦੇ ਹਾਂ ਜਾਂ ਉਹਦੀ ਕਾਵ ਕਲਪਨਾ ਕਹਿ ਦਿੰਦੇ ਹਾਂ। ਇਹ ਇਸ ਤਰੀਕੇ ਨਾਲ ਉਹਨੇ ਸਾਨੂੰ ਪੇਸ਼ ਕੀਤਾ ਹੈ। ਹੋ ਸਕਦਾ ਹੈ ਕਿ ਐਸਾ ਹੀ ਹੋਇਆ ਹੋਵੇ, ਅਸੀਂ ਕਹਿ ਨਹੀਂ ਸਕਦੇ, ਪਰ ਬਹੁਤ ਸਾਰੇ ਸੱਜਣ ਇਹਦੇ ਉੱਤੇ ਇਤਰਾਜ਼ ਵੀ ਜਤਾਉਂਦੇ ਹਨ ਕਿ ਇਹ ਹਾਲਾਤ ਦੇ ਮੁਤਾਬਕ ਇਹ ਸ਼ਾਇਦ ਪੋਸੀਬਲ ਨਹੀਂ ਸੀ। ਤੋ ਇਸ ਕਰਕੇ ਇਹਨੂੰ ਇਤਿਹਾਸਕ ਹਵਾਲਾ ਨਹੀਂ ਮੰਨਣਾ ਚਾਹੀਦਾ, ਬਸ ਸਾਨੂੰ ਇਹ ਇੱਕ ਕੌਸ਼ਨ ਰੱਖਣੀ ਚਾਹੀਦੀ ਹੈ ਤੇ ਇਹ ਇਤਿਹਾਸਕ ਹਵਾਲਾ ਮੰਨਣ ਤੋਂ ਪਹਿਲਾਂ ਜਿਹੜੇ ਪ੍ਰਮਾਣਿਕ ਸਾਡੇ ਇਤਿਹਾਸਕ ਸਰੋਤ ਹਨ ਉਹਨਾਂ ਦੀ ਵੀ ਖੋਜ ਕਰ ਲੈਣੀ ਚਾਹੀਦੀ ਹੈ। ਹਾਂ, ਇਹ ਗੱਲ ਮੈਂ ਜਿਵੇਂ ਕਿ ਪਹਿਲਾਂ ਕਿਹਾ ਹੈ ਕਿ ਇਹ ਗੁਰੂ ਸਾਹਿਬ ਦੇ ਜੋ ਭਾਵ ਸਨ, ਜਿਵੇਂ ਉਹਨਾਂ ਨੇ ਜ਼ਫਰਨਾਮੇ ਦੇ ਵਿੱਚ ਪ੍ਰਗਟ ਕੀਤੇ ਹਨ, ਉਹਨਾਂ ਦੀ ਬਿਲਕੁਲ ਸਹੀ ਤਰਜਮਾਨੀ ਕਰਦੇ ਹਨ। ਤੇ ਸਤਿਗੁਰੂ ਜੀ ਦੇ ਜੀਵਨ ਨੂੰ ਵੀ ਅਗਰ ਸਾਹਮਣੇ ਰੱਖੀਏ ਤੇ ਇਹ ਜੋ ਪੰਕਤੀਆਂ ਹਨ ਉਹਨਾਂ ਦੀ ਜੋ ਅਪਰੋਚ ਸੀ, ਜੋ ਉਹਨਾਂ ਨੇ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਰੇ ਕਾਰਜ ਕੀਤੇ, ਉਹਦੇ ਉੱਤੇ ਵੀ ਪੂਰੀ ਤਰ੍ਹਾਂ ਢੁਕਦੇ ਹਨ। ਤਾਂ ਸਿਧਾਂਤਕ ਤੌਰ ਤੇ ਸਾਨੂੰ ਇਹਦੇ ਤੇ ਮੈਨੂੰ ਕੋਈ ਲੱਭੀ ਨਹੀਂ ਇਹਦੇ 'ਚ ਕੋਈ ਅਸੀਂ ਇਤਰਾਜ਼ ਵਾਲੀ ਗੱਲ। ਪਰ ਹਾਂ, ਇਤਿਹਾਸਕ ਪੱਖ ਨੂੰ ਇਹਨੂੰ ਕੋਈ ਇਤਿਹਾਸਕ ਪ੍ਰੂਫ ਨਹੀਂ ਸਮਝ ਲੈਣਾ ਚਾਹੀਦਾ ਤੇ ਇਹਨੂੰ ਇਤਿਹਾਸਕ ਪ੍ਰੂਫ ਸਮਝਣ ਤੋਂ ਪਹਿਲਾਂ ਇਹਦੀ ਖੋਜ ਕਰਨੀ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਇਤਿਹਾਸਕ ਸਰੋਤ ਭਾਵੇਂ ਨਹੀਂ ਮਿਲਦਾ, ਵੀਰ ਜੀ ਨੇ ਦੱਸਿਆ, ਪਰ ਜਿਸ ਤਰ੍ਹਾਂ ਉਹਨੇ ਦੱਸਿਆ ਇਹ ਜਿਹੜੀਆਂ ਤੁਕਾਂ ਨੇ ਇਹ ਬੜੀਆਂ ਇੰਸਪੀਰੇਸ਼ਨਲ ਨੇ। ਔਰ ਸਾਨੂੰ ਇਹ ਜਿਹੜੀਆਂ ਤੁਕਾਂ ਨੇ ਇਹ ਪੁੱਤਰ ਕੇ ਸੀਸ ਪੈ ਵਾਰ ਦੀ ਸੁਤਚਾਰ, ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਕਿ ਪਾਤਸ਼ਾਹ ਨੇ ਸਾਨੂੰ ਇੱਕ ਯੂਨੀਕ ਬਾਣਾ ਦਿੱਤਾ। ਸਾਨੂੰ ਜਿਹੜੀ 5 ਕਕਾਰੀ ਰਹਿਤ ਹੈ, ਜਿਸ ਮਰਜ਼ੀ ਦੁਨੀਆ ਦੇ ਖਿੱਤੇ 'ਚ ਅਗਰ ਕੋਈ ਵੀਰ 5 ਕਕਾਰੀ ਰਹਿਤ ਵਾਲਾ ਜਾ ਰਿਹਾ ਤਾਂ ਜਿਹੜੇ ਬੰਦੇ ਨੇ ਕਦੀ ਕਿਸੇ ਸਿੱਖ ਦੇ ਬਾਰੇ ਨਹੀਂ ਵੀ ਪਤਾ, ਉਹ ਵੀ ਇਹ ਅੰਦਾਜ਼ਾ ਲਾ ਲੈਂਦੇ ਵੀ ਸਿੱਖ ਹੋਣੇ ਨੇ। ਤੋ ਅੱਜ ਇਸ ਬਾਣੇ ਕਰਕੇ ਔਰ ਜਿਹੜੇ ਚੰਗੇ ਸਾਡੇ ਸਮਾਜ ਦੇ ਚੰਗੇ ਹਿੱਸਾ ਜਿਹੜੇ ਜਨਤਾ ਦੀ ਸੇਵਾ 'ਚ ਲੱਗੇ ਨੇ, ਜਿਵੇਂ ਖਾਲਸਾ ਏਡ ਜਾਂ ਦੂਜੇ ਤੀਜੇ, ਉਹਨਾਂ ਕਰਕੇ
ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਵੀ ਸਰਦਾਰ ਕੌਣ ਹੁੰਦੇ ਨੇ, ਸਿੱਖ ਕੌਣ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗ ਗਿਆ, ਕਿਉਂਕਿ ਉਹ ਬੜਾ ਜੋਖਮ 'ਚ ਪਾ ਕੇ ਆਪਣੇ ਆਪ ਨੂੰ ਇਹੋ ਜਿਹੀ ਸੇਵਾ ਕਰਦੇ ਨੇ ਕਿ ਦੁਨੀਆ ਦੇ ਸਾਹਮਣੇ ਆ ਰਹੇ ਨੇ। ਔਰ ਮੈਂ ਇਹ ਸਾਰੀ ਗੱਲ ਇਸ ਕਰਕੇ ਕਰ ਰਿਹਾ ਕਿ ਜੋ ਕੁਝ ਅਸੀਂ ਆਪਣਾ ਸਾਡਾ ਕਿਰਦਾਰ ਹੈ ਸਾਧ ਸੰਗਤ ਜੀ, ਉਹਦਾ ਕ੍ਰੈਡਿਟ ਜਾਂ ਡਿਸਕ੍ਰੈਡਿਟ ਗੁਰੂ ਨੂੰ ਜਾਂਦਾ। ਜੇਕਰ ਮੈਂ ਇਸ ਰਹਿਤ ਵਿੱਚ ਰਹਿ ਕੇ ਕੋਈ ਚੰਗੇ ਕੰਮ ਕਰਾਂਗਾ ਤਾਂ ਇਹ ਜ਼ਰੂਰੀ ਗੱਲ ਹੈ, ਲੋਕੀ ਕਹਿਣਗੇ ਵੀ ਹਾਂ ਵੀ ਇਹ ਗੁਰੂ ਕਾ ਸਿੱਖ ਹੈ, ਇਹਨਾਂ ਦਾ ਇਹ ਜਿਸ ਤਰ੍ਹਾਂ ਮੈਂ ਖਾਲਸਾ ਏਡ ਦੀ ਉਦਾਹਰਨ ਦਿੱਤੀ ਹੈ, ਉਹ ਚੰਗੇ ਕੰਮ ਕਰਦੇ ਨੇ ਤੇ ਸਾਰੀ ਦੁਨੀਆ 'ਚ ਫੈਲਿਆ ਵੀ ਹਾਂ ਜੀ ਇਹ ਜਿਹੜਾ ਸਿੱਖੀਜ਼ਮ ਹੈ ਇਹ ਤਾਂ ਬੜਾ ਹੀ ਮਤਲਬ ਹੈ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ, ਸਭ ਦੀ ਸੇਵਾ ਕਰਦੇ ਨੇ, ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੰਗਤਾਂ ਦੀ ਸੇਵਾ ਕਰਦੇ ਨੇ। ਤਾਂ ਇਹ ਇੱਕ ਕ੍ਰੈਡਿਟ ਆਇਆ ਇਹ ਮੇਰੇ ਗੁਰੂ ਨੂੰ। ਪਰ ਜੇਕਰ ਮੈਂ ਕੋਈ ਗਲਤ ਕੰਮ ਕਰਾਂਗਾ ਤੇ ਡਿਸਕ੍ਰੈਡਿਟ ਗੁਰੂ ਨੂੰ ਜਾਏਗਾ ਵੀ ਦੇਖੋ ਜੀ ਉਹ ਦਸਤਾਰਧਾਰੀ, ਉਹ ਜਿਹੜਾ ਮਤਲਬ ਵੀ ਸਿੱਖ ਹੈ, ਉਹ ਇਹੋ ਜਿਹੇ ਕੰਮ ਕਰਦੇ ਨੇ। ਤਾਂ ਆਓ ਆਪਾਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੀਏ ਕਿ ਗੁਰੂ ਸਾਹਿਬਾਨ ਨੇ ਜਿਹੜਾ ਸਾਰਾ ਸਰਬੰਸ ਆਪਣਾ ਵਾਰਿਆ, ਇਹ ਕੋਈ ਆਮ ਫਹਿਮ ਜਾਂ ਛੋਟੀ ਮੋਟੀ ਗੱਲ ਨਹੀਂ ਸੀ, ਨਾ ਹੀ ਇਹਦੀ ਉਦਾਹਰਨ ਕੋਈ ਸਾਰੇ ਅੱਜ ਤੱਕ ਕਿਸੇ ਵਰਲਡ ਹਿਸਟਰੀ 'ਚ ਸਾਨੂੰ ਮਿਲਦੀ ਹੋਵੇ ਵੀ ਕਿਸੇ ਗੁਰੂ ਪੀਰ ਨੇ ਆਪਣਾ ਸਾਰਾ ਕੁਝ ਹੀ ਲੁਟਾ ਦਿੱਤਾ ਹੋਵੇ ਆਪਣੀ ਕੌਮ ਲਈ। ਇਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ। ਤਾਂ ਆਓ ਅਸੀਂ ਉਹਨਾਂ ਦੀ ਇਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੀਏ ਤੇ ਸਾਡਾ ਜਿਹੜਾ ਕਿਰਦਾਰ ਹੈ, ਭਾਵ ਜੇ ਅਸੀਂ ਕਿਸੇ ਨਾਲ ਮਿਲੀਏ ਤਾਂ ਉਹਨੂੰ ਮਹਿਸੂਸ ਹੋਵੇ ਵੀ ਹਾਂ ਇਹ ਗੁਰੂ ਕਾ ਸਿੱਖ ਹੈ, ਤੇ ਸਾਡਾ ਕਿਰਦਾਰ ਬੜਾ ਉੱਚਾ ਹੋਣਾ ਚਾਹੀਦਾ। ਔਰ ਜਿਹੜਾ ਗੁਰੂ ਸਾਹਿਬ ਦਾ ਇੱਕ ਕਰਜ਼ਾ ਸਾਡੇ ਸਿਰ ਤੇ ਹੈ ਕਿ ਉਹਨਾਂ ਸਾਰਾ ਸਰਬੰਸ ਵਾਰ ਕੇ ਸਾਨੂੰ ਇਹ ਸ਼ਕਲ ਦਿੱਤੀ, ਸਾਨੂੰ ਆਜ਼ਾਦੀ ਦਿੱਤੀ, ਇਹਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਇਹ ਮੇਰੀ ਬੇਨਤੀ ਹੈ ਵੀ ਸਾਨੂੰ ਯਾਦ ਰੱਖਣਾ ਚਾਹੀਦਾ। ਤਾਂ ਸੰਗਤ ਜੀ ਸਮਾਂ ਹੋ ਗਿਆ, ਇੱਕ ਸਵਾਲ ਸਾਡੇ ਕੋਲ ਰਹਿ ਗਿਆ, ਤਾਂ ਜਿਨ੍ਹਾਂ ਦਾ ਸਵਾਲ ਹੈ ਮੈਂ ਉਹਨਾਂ ਤੋਂ ਖਿਮਾ ਮੰਗਦਾ। ਅਗਲੇ ਹਫਤੇ ਸਭ ਤੋਂ ਪਹਿਲੇ ਉਹ ਸਵਾਲ ਲਿਆ ਜਾਏਗਾ। ਤਾਂ ਅੱਜ ਦੇ ਇਹ ਸਾਰੇ ਪ੍ਰੋਗਰਾਮ ਨੂੰ ਚਲਾਉਂਦੇ ਆ ਸਾਰੇ ਪੈਨਲ ਮੈਂਬਰਸ ਨੇ ਪੂਰੀ ਮਿਹਨਤ ਨਾਲ ਭਾਵੇਂ ਕੰਮ ਕੀਤਾ, ਪਰ ਫਿਰ ਵੀ ਸਾਥ ਸੰਗਤ ਬੜੀਆਂ ਤਰੁੱਟੀਆਂ ਰਹਿ ਜਾਂਦੀਆਂ, ਉਹਨਾਂ ਲਈ ਆਪਸ ਵਿੱਚ ਖਿਮਾ ਮੰਗਦੇ ਆ ਔਰ ਆਪ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਆਪ ਜੀ ਮਿਲਵਰਤਨ ਦਿਓ, ਆਪਣੇ ਸਵਾਲ ਭੇਜੋ, ਸੁਝਾਅ ਭੇਜੋ, ਤਾਂ ਜੇ ਇਹ ਕਾਰਵਾਂ ਜਿਹੜਾ ਇਸ ਤਰ੍ਹਾਂ ਚੱਲਦਾ ਰਹੇ। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।